ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਰੀ ਸੰਗਤ ਨੂੰ ਗੁਰੂ ਨਾਨਕ ਦੀ ਇਸ ਮਿੱਠੀ ਫੁਲਵਾੜੀ ਦੇ ਵਿੱਚ ਜੀ ਆਇਆਂ ਨੂੰ ਵੈਲਕਮ। ਇਹ ਸਾਡੇ ਬੜੇ ਵੱਡੇ ਭਾਗ ਹਨ ਕਿ ਅਸੀਂ ਇਸ ਤਰੀਕੇ ਦੇ ਨਾਲ ਗੁਰਬਾਣੀ ਵਿਚਾਰ ਸ਼ੇਅਰ ਕਰ ਰਹੇ ਹਾਂ। ਸਾਡੇ ਕਈ ਵਲਵਲੇ ਹਨ, ਕਈ ਚੀਜ਼ਾਂ ਅਸੀਂ ਸਮਝਦੇ ਹਾਂ ਕਿ ਸਾਨੂੰ ਸਮਝ ਹੈ, ਕਈ ਚੀਜ਼ਾਂ ਨੂੰ ਅਸੀਂ ਸਮਝਦੇ ਹਾਂ ਸ਼ਾਇਦ ਅਸੀਂ ਨਹੀਂ ਸਮਝ ਰਹੇ। It's like there are many confusions and at certain places we have many concluded things in our mind. It is Gurbani Vichar is like breaking the ice. And ਉਸ ਬਰਫੀਲੀ ਅੰਦਰ ਦੀ ਜਿਹਨੂੰ ਕਹਾਂਗੇ ਤੂਫਾਨੀ, ਜੋ ਅਸੀਂ ਆਪਣੇ ਆਪ ਨੂੰ ਸਮਝ ਰਹੇ ਹਾਂ ਕਿ ਅਸੀਂ ਗਿਆਨੀ ਪੁਰਸ਼ ਬਣ ਗਏ ਹਾਂ, ਉਸ ਨੂੰ ਅਸੀਂ ਤੋੜਨਾ ਹੈ ਔਰ ਸਮਝਣਾ ਹੈ ਔਰ ਗੁਰੂ ਦੇ ਉਸ ਚਰਨਾਂ ਨਾਲ ਇੱਕ ਮਨ ਇੱਕ ਚਿੱਤ ਹੋ ਕੇ ਅਸੀਂ ਉਹਦੇ ਨਾਲ ਮਿਲਣਾ ਹੈ। ਜਿਹੜਾ ਕਿ ਕੱਲ ਸਾਡੇ ਵੀਰ ਡਾਕਟਰ ਜੈਦੀਪ ਸਿੰਘ ਜੀ ਨੇ ਬੜੇ ਹੀ ਸੱਚੇ ਤਰੀਕੇ ਦੇ ਨਾਲ ਸਾਨੂੰ ਆਪਣੀ ਉਹ ਚੇਤਨਸ਼ੀਲਤਾ ਦੇ ਵਿੱਚ ਸਾਨੂੰ ਸਟੇਜ ਬਾਈ ਸਟੇਜ ਉਸ ਜਗ੍ਹਾ ਤੱਕ ਲੈ ਕੇ ਗਏ ਜਿਹਨੂੰ ਉਹਨਾਂ ਨੇ ਕੱਲ ਸਾਡੇ ਨਾਲ ਚਾਨਣ ਪਾਇਆ। ਇਹ ਪ੍ਰੋਸੀਜਰ ਜਿਹੜੇ ਸਾਡੇ ਨਾਲ ਚੱਲ ਰਹੇ ਹਨ, ਇਹ ਕਈ ਵਾਰੀ ਲੱਗਦੇ ਹਨ ਕਿ ਕੋਈ ਸ਼ਾਇਦ ਬੜਾ ਇੱਕ ਕੋਈ ਅਰਥਮੈਟਿਕ ਜਾਂ ਮੈਥਮੈਟੀਕਲ ਚੀਜ਼ਾਂ ਚੱਲ ਰਹੀਆਂ ਹਨ, ਬਟ ਡੈਫੀਨੇਟਲੀ ਕੋਈ ਵੀ ਚੀਜ਼ ਅਸੀਂ ਕਰਾਂਗੇ ਉਹਦੇ ਵਾਸਤੇ ਇੱਕ ਫਾਰਮੂਲਾ, ਇੱਕ ਪ੍ਰੋਸੈਸ ਜ਼ਰੂਰ ਅਡਾਪਟ ਕਰਨਾ ਪਏਗਾ, ਉਹਦੇ ਨਾਲ ਹੀ ਅਸੀਂ ਅੱਗੇ ਜਾ ਸਕਾਂਗੇ। ਕਈ ਵਾਰੀ ਮਨ 'ਚ ਆ ਜਾਂਦਾ ਹੈ ਯਾਰ ਧੰਨੇ ਭਗਤ ਨੇ ਸ਼ਾਇਦ ਕੋਈ ਪ੍ਰੋਸੈਸ ਨਹੀਂ ਕੀਤਾ ਸੀ, ਉਹਨੇ ਐਵੇਂ ਧਰਨਾ ਜੱਟੀਸੀ ਤੇ ਕਰ ਲਿਆ, ਲੇਕਿਨ ਉਹਦੇ ਵਿੱਚ ਵੀ ਸ਼ਾਇਦ ਸਾਨੂੰ ਉਸ ਪ੍ਰੋਸੈਸ ਦਾ ਅਧਿਐਨ ਜ਼ਰੂਰ ਕਰਨਾ ਪਏਗਾ ਕਿ ਕਿਸ ਤਰੀਕੇ ਦੇ ਨਾਲ ਉਹਨੇ ਵੀ ਗੁਰੂ ਨੂੰ ਆਪਣੇ ਅੰਦਰ ਵਸਾਇਆ ਸੀ। ਉਸ ਲੜੀ ਵਿੱਚ ਸਾਡੇ ਵੀਰ ਅੱਜ ਸਾਡੇ ਨਾਲ ਸਰਵਨਜੀਤ ਸਿੰਘ ਜੀ ਬੜੇ ਹੀ ਤਰੀਕੇ ਦੇ ਨਾਲ ਆਪਣੇ ਅਡੋਲ ਮਾਈਂਡ ਤੋਂ ਲਾਈਫ ਮਾਡਲ ਜਿਹੜੇ ਚੱਲ ਰਹੇ ਹਨ ਉਹਦੇ ਵਿੱਚ ਸਾਨੂੰ ਅੱਜ ਪਾਰਟ 2 ਭਰਮੇ ਭੂਲਾ ਦਹਿ ਦਿਸ ਧਾਵੈ ਉਹਦੇ ਨਾਲ ਸਾਨੂੰ ਅੱਜ ਚਲਾਣਗੇ ਔਰ ਅੱਗੇ ਕਰਨਗੇ। ਅਵਲ ਟੂ ਵੀਰ ਸਰਵਨਜੀਤ ਸਿੰਘ ਜੀ ਔਰ ਸਾਂਝ ਕਰੋ ਅੱਜ ਆਪਣੇ ਵਿਚਾਰ ਸੰਗਤ ਦੇ ਨਾਲ। ਸਾਵਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਦਾ ਜੀ ਆਇਆਂ ਔਰ ਬਹੁਤ ਸਵਾਗਤ ਕਰਦੇ ਹਾਂ। ਲਾਈਫ ਮੋਡਿਊਲ 9 ਅਸੀਂ ਲਾਸਟ ਸੰਡੇ ਨੂੰ ਸਟਾਰਟ ਕੀਤਾ ਸੀ, ਜਿਹਦੇ ਵਿੱਚ ਅਸੀਂ ਕੁਝ ਕੁਐਸਚਨਸ ਲਏ ਸਨ। ਕੁਝ ਬੜੇ ਇੰਪੋਰਟੈਂਟ ਜੇ ਕੁਐਸਚਨ ਹੈ ਕਿ ਨਾਮ ਲੈਣਾ ਜ਼ਰੂਰੀ ਹੈ ਜਾਂ ਸੇਵਾ ਕਰਨਾ ਜ਼ਿਆਦਾ ਜ਼ਰੂਰੀ ਹੈ, ਜਾਂ ਫਿਰ ਪਰਮਾਤਮਾ ਜਿਸ ਦੀ ਕਿ ਕੋਈ ਮੂਰਤ ਨਹੀਂ ਹੈ ਉਸ 'ਤੇ ਅਸੀਂ ਧਿਆਨ ਕਿਸ ਤਰ੍ਹਾਂ ਲਗਾ ਸਕਦੇ ਹਾਂ। ਤੋ ਇਸ ਤਰ੍ਹਾਂ ਦੇ ਕੁਝ ਕੁਐਸਚਨਸ ਅਸੀਂ ਲਏ ਸੀ। ਹੁਣ ਪਾਰਟ 2 ਅੱਜ ਅਸੀਂ ਕਨਕਲੂਡ ਕਰਾਂਗੇ, ਜਿਹਦੇ ਵਿੱਚ ਹੋਰ ਕੁਝ ਕੁਐਸਚਨ ਲਏ ਜਾ ਰਹੇ ਹਨ। ਮੈਂ ਜਨਰਲੀ ਬੈਕਗਰਾਊਂਡ ਵਿੱਚ ਦੱਸ ਦਿੰਦਾ ਕਿ ਇਹ ਸਭ ਕੁਐਸਚਨ ਸਾਨੂੰ ਬੱਚਿਆਂ ਨੇ ਪੁੱਛੇ ਸੀ। ਬੱਚੇ ਮਤਲਬ ਬਹੁਤ ਛੋਟੇ ਬੱਚੇ ਨਹੀਂ, ਮੇ ਬੀ 18, 20, 25 ਸਾਲ ਤੱਕ ਦੇ ਬੱਚੇ ਸਨ ਜ਼ਿਆਦਾ। ਉਹਨਾਂ ਦੇ ਮਨ 'ਚ ਕੁਝ ਡਾਊਟ ਸਨ ਅਤੇ ਅਸੀਂ ਇਸ ਲਈ ਇਹ ਮੋਡਿਊਲ ਤਿਆਰ ਕੀਤੇ ਸੀ। ਤੋ ਇੱਥੇ ਦੀ ਸੰਗਤ ਹੈ ਉਹ ਸ਼ਾਇਦ ਬਹੁਤ ਜਾਣਕਾਰ ਸੰਗਤ ਹੈ, ਹੋ ਸਕਦਾ ਉਹਨਾਂ ਨੂੰ ਇਹ ਬਹੁਤ ਹਲਕੇ ਫੁਲਕੇ ਕੁਐਸਚਨ ਲੱਗਣ, ਪਰ ਅਸੀਂ ਸੀਕੁਐਂਸ ਨਹੀਂ ਬ੍ਰੇਕ ਕਰਨਾ ਚਾਹੁੰਦੇ ਔਰ ਉਸੇ ਸੀਕੁਐਂਸ ਦੇ ਵਿਚਕਾਰ ਹੁਣ ਅੱਗੇ ਚੱਲਦੇ ਹਾਂ। ਅਤੇ ਜੋ ਨੈਕਸਟ ਕੁਐਸਚਨ ਹੈ ਭਰਮੇ ਭੁਲਾ, ਮਤਲਬ ਉਹ ਚੀਜ਼ਾਂ ਜੋ ਸਾਨੂੰ ਭਰਮ ਭੁਲਾਵੇ 'ਚ ਪਾ ਸਕਦੀਆਂ ਹਨ, ਉਹਦਾ ਅਸੀਂ ਨੈਕਸਟ ਕੁਐਸਚਨ ਲੈਂਦੇ ਹਾਂ ਤਾਂ ਕਿ ਅਸੀਂ ਭਰਮ ਭੁਲਾਵੇ ਤੋਂ ਬਾਹਰ ਆ ਸਕੀਏ। ਇੱਕ ਕੁਐਸਚਨ ਹੈ ਕਿ ਨਿਰਲੇਪਤਾ ਦੇ ਨਾਲ ਨਾਲ ਅਸੀਂ ਪ੍ਰੇਰਿਤ ਕਿਵੇਂ ਰਹਿ ਸਕਦੇ ਹਾਂ। ਹਾਊ ਟੂ ਸਟੇ ਮੋਟੀਵੇਟਡ ਵਿਦ ਡਿਟੈਚਮੈਂਟ, ਕਿ ਅਸੀਂ ਡਿਟੈਚ ਵੀ ਹੋਈਏ ਔਰ ਮੋਟੀਵੇਟਿਡ ਹੋਈਏ, ਇਹ ਦੋ ਚੀਜ਼ਾਂ ਅਲੱਗ-ਅਲੱਗ ਨਹੀਂ ਚੱਲ ਸਕਦੀਆਂ। ਅਸੀਂ ਜਾਣਦੇ ਹਾਂ ਕਿ ਅਗਰ ਸਾਨੂੰ ਮੋਟੀਵੇਟਿਡ ਰਹਿਣਾ ਤੇ ਜਿਸ ਵੀ ਚੀਜ਼ ਲਈ ਅਸੀਂ ਮੋਟੀਵੇਟਿਡ ਹਾਂ ਅਸੀਂ ਉੱਥੇ ਅਟੈਚਡ ਵੀ ਹੁੰਦੇ ਹਾਂ। ਔਰ ਫਿਰ ਬਾਣੀ ਦੇ ਵਿੱਚ ਐਸੇ ਬਹੁਤ ਸਾਰੇ ਸ਼ਬਦ ਆਉਂਦੇ ਆ ਜਿੱਥੇ ਸਾਨੂੰ ਇਹ ਥੋੜ੍ਹਾ ਅਹਿਸਾਸ ਹੁੰਦਾ ਕਿ ਸਾਨੂੰ ਕਿਹਾ ਜਾ ਰਿਹਾ ਕਿ ਤੁਸੀਂ ਡਿਟੈਚ ਹੋ, ਉਹਨਾਂ ਨਾਲ ਅਟੈਚ ਹੋਣ ਦੀ ਜ਼ਰੂਰਤ ਨਹੀਂ ਹੈ। ਜਿਵੇਂ ਸੁਖਮਨੀ ਸਾਹਿਬ ਵਿੱਚ ਵੀ ਆਉਂਦਾ ਹੈ, ਛੋੜ ਜਾਏ ਤਿਸ ਕਾ ਸ਼ਰਮ ਕਰੇ, ਸੰਗ ਸਹਾਈ ਤਿਸ ਪਰ ਹਰੇ, ਕਿ ਜੋ ਛੋੜ ਕੇ ਜਾਣਾ ਤੂੰ ਉਹਦੇ ਨਾਲ ਜੁੜਿਆ ਹੋਇਆ, ਉੱਥੇ ਪੂਰੇ ਐਫਰਟ ਲਗਾ ਰਹੇ, ਜ਼ੋਰ ਲਗਾ ਰਹੇ, ਉਹ ਜੋ ਨਾਲ ਜਾਣਾ ਉਹਦਾ ਤੈਨੂੰ ਧਿਆਨ ਨਹੀਂ। ਤੇ ਇਹ ਇਸ ਤਰ੍ਹਾਂ ਦੇ ਜੋ ਸਿਚੁਏਸ਼ਨਸ ਹੈ, ਇਸ ਤਰ੍ਹਾਂ ਦੇ ਇੱਕ ਦੋ ਨਹੀਂ ਬਹੁਤ ਸਾਰੇ ਸ਼ਬਦ ਹੈ
ਜਿੱਥੇ ਕਿ ਸਾਨੂੰ ਇਸ ਤਰ੍ਹਾਂ ਦਾ ਮੈਸੇਜ ਮਿਲਦਾ ਹੈ ਕਿ ਤੁਹਾਡੇ ਪਰਿਵਾਰ ਨੇ, ਬੱਚਿਆਂ ਨੇ, ਪਤੀ ਪਤਨੀ ਨੇ ਨਾਲ ਨਹੀਂ ਜਾਣਾ, ਇਹ ਅਖੀਰ ਵਿੱਚ ਸਹਾਇਕ ਨਹੀਂ ਨੇ। ਔਰ ਇੱਕ ਤਰ੍ਹਾਂ ਦਾ ਇਹ ਫੀਲ ਆਉਂਦਾ ਕਿ ਇਹ ਸ਼ਬਦ ਨੂੰ ਡਿਟੈਚਮੈਂਟ ਲਈ ਕਿਹਾ ਜਾ ਰਿਹਾ ਹੈ। ਔਰ ਅਗਰ ਅਸੀਂ ਡਿਟੈਚ ਹੋਵਾਂਗੇ ਤੇ ਅਸੀਂ ਮੋਟੀਵੇਟਿਡ ਵੀ ਨਹੀਂ ਹੋ ਸਕਦੇ। ਤੇ ਐਕਚੁਅਲ 'ਚ ਕੀ ਸਿਚੁਏਸ਼ਨ ਹੈ, ਤੇ ਇਹਦੇ ਲਈ ਅਸੀਂ ਫਿਰ ਗੁਰਬਾਣੀ 'ਚ ਜੋ ਅਧਿਐਨ ਕੀਤਾ ਉਹਨੂੰ ਅਸੀਂ ਬੜੇ ਸਿੰਪਲ ਜਿਹੇ ਤਰੀਕੇ ਨਾਲ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਕਿ ਸਾਨੂੰ ਐਗਜ਼ੈਕਟ ਮੈਸੇਜ ਕੀ ਹੈ ਉਹਨੂੰ ਥੋੜ੍ਹਾ ਸਮਝਣਾ ਪਏਗਾ। ਔਰ ਕਿਤੇ ਅਸੀਂ ਭਰਮ ਭੁਲਾਵੇ 'ਚ ਨਾ ਪੈ ਜਾਈਏ, ਕਿਉਂਕਿ ਸਾਨੂੰ ਘਰ-ਬਾਰ ਛੋੜ ਕੇ ਜਾਣ ਲਈ ਗੁਰੂ ਸਾਹਿਬ ਨੇ ਨਹੀਂ ਕਿਹਾ। ਸੋ ਉਹ ਡਿਟੈਚਮੈਂਟ ਸਾਨੂੰ ਨਹੀਂ ਹੈ। ਬਾਕੀ ਵੀ ਜਿਹੜੇ ਸ਼ਬਦ ਹੈ ਉਹਨਾਂ ਦਾ ਅਸੀਂ ਕੰਟੈਕਸਟ ਸੀ ਠੀਕ ਤਰ੍ਹਾਂ ਸਮਝ ਸਕੀਏ, ਤੇ ਛੋਟੇ ਸਟੈਪਸ ਦੇ ਨਾਲ ਅਸੀਂ ਇਹਨੂੰ ਸਮਝਣ ਦੀ ਕੋਸ਼ਿਸ਼ ਕੀਤੀ ਔਰ ਉਹਨੂੰ ਦੇਖਿਆ ਕਿ ਗੁਰੂ ਸਾਹਿਬਾਨ ਦਾ ਕੀ ਮੈਸੇਜ ਆਉਂਦਾ। ਤੇ ਜੋ ਬਹੁਤ ਇੰਪੋਰਟੈਂਟ ਚੀਜ਼ ਹੈ ਕਿ ਐਕਸ਼ਨਸ ਆਰ ਸਪੋਰਟਡ ਬਾय ਇਮੋਸ਼ਨਸ। ਇਨਸਾਨ ਦੇ ਜਿਤਨੇ ਜ਼ਿਆਦਾ ਇਮੋਸ਼ਨ ਸਟਰੋਂਗ ਹੋਣਗੇ ਉਹਦੇ ਐਕਸ਼ਨ ਵੀ ਉਤਨੇ ਹੀ ਸਟਰੋਂਗ ਹੋਣਗੇ। ਅਗਰ ਮੈਂ ਕਿਸੇ ਚੀਜ਼ ਲਈ ਕੋਈ ਜ਼ਿਆਦਾ ਮੇਰੀ ਫੀਲਿੰਗ ਨਹੀਂ ਹੈ ਤੇ ਮੈਂ ਫਿਰ ਉਹਨੂੰ ਟਾਲ ਦਿਆਂਗਾ, ਚਲੋ ਐਸੀ ਕੀ ਜ਼ਰੂਰਤ ਹੈ, ਕੱਲ ਦੇਖ ਲਾਂਗੇ, ਪਰਸੋਂ ਦੇਖ ਲਾਂਗੇ। ਬਟ ਇਫ ਆਈ ਫੀਲ ਵੈਰੀ ਸਟਰੋਂਗਲੀ, ਫॉर एग्जांपल ਬੱਚੇ ਨੂੰ ਕੁਝ ਚਾਹੀਦਾ ਔਰ ਮੈਨੂੰ ਲੱਗਦਾ ਕਿ ਨਹੀਂ, ਮੈਨੂੰ ਤੇ ਮੇਰੇ ਮਨ 'ਚ ਕਿਉਂ ਨਹੀਂ ਆਇਆ, ਇਹਨੂੰ ਤੇ ਬਹੁਤ ਜ਼ਰੂਰੀ ਚਾਹੀਦਾ, ਤੇ ਸ਼ਾਇਦ ਮੈਂ ਉਸੇ ਵੇਲੇ ਜਾ ਕੇ ਬਾਜ਼ਾਰ ਤੋਂ ਲੈ ਕੇ ਆਵਾਂ। ਸੋ ਅਗਰ ਇਮੋਸ਼ਨਸ ਨਾਲ ਹੁੰਦੇ ਤੇ ਸਾਡੇ ਐਕਸ਼ਨਸ ਵੀ ਸਟਰੋਂਗ ਹੋ ਜਾਂਦੇ ਆ। ਸੋ ਇਨਸਾਨ ਨੂੰ ਇਮੋਸ਼ਨਲ ਹੋਣਾ, ਅਸੀਂ ਬਹੁਤ ਪਹਿਲੇ ਡਿਸਕਸ ਵੀ ਕਰ ਚੁੱਕੇ ਹਾਂ ਕਿ ਇਮੋਸ਼ਨਸ ਸਾਡੇ ਬੜੇ ਪਿਓਰ ਹੋਣੇ ਚਾਹੀਦੇ ਆ, ਔਰ ਉਹ ਕਿਸ ਤਰ੍ਹਾਂ ਪਿਓਰ ਹੋਣੇ ਚਾਹੀਦੇ ਆ ਉਸ ਤੇ ਇੱਕ ਡਿਸਕਸ਼ਨ ਆਲਰੇਡੀ ਹੋ ਚੁੱਕੀ ਹੈ। ਪਰ ਇਸ ਐਸਪੈਕਟ ਨੂੰ ਅਸੀਂ ਕਦੀ ਨਾ ਛੋੜੀਏ ਕਿ ਇਨਸਾਨ ਨੂੰ ਇਮੋਸ਼ਨਲੈਸ ਹੋ ਕੇ, ਡਿਟੈਚ ਹੋ ਕੇ ਜੀਵਨ ਜੀਣ ਨੂੰ ਕਿਹਾ ਗਿਆ ਹੈ, ਕਿਉਂਕਿ ਅਸੀਂ ਐਕਸ਼ਨ ਦੇ ਵਿੱਚ ਹੀ ਨਹੀਂ ਆਵਾਂਗੇ ਅਗਰ ਅਸੀਂ ਇਮੋਸ਼ਨਸ ਨੂੰ ਛੱਡ ਦਿਆਂਗੇ। ਸੋ ਐਕਸ਼ਨਸ ਆਰ ਆਲਵੇਜ਼ ਸਪੋਰਟਡ ਬਾय ਸਰਟਨ ਇਮੋਸ਼ਨਸ। ਉਹ ਸਟਰੋਂਗ ਹੋ ਸਕਦੇ ਨੇ, ਵੀਕ ਹੋ ਸਕਦੇ ਨੇ, ਉਤਨੇ ਹੀ ਸਟਰੋਂਗ ਸਾਡੇ ਐਕਸ਼ਨ ਵੀ ਹੋਣਗੇ। ਸੋ ਵਟ ਇਜ਼ ਦ ਸਟੇਟ ਵੀ ਵਾਂਟ ਟੂ ਅਚੀਵ। ਅਗਰ ਐਸੀ ਗੱਲ ਹੈ ਤੇ ਫਿਰ ਸਾਨੂੰ ਐਕਚੁਅਲ 'ਚ ਕੀ ਹੋਣਾ ਹੈ, ਅਟੈਚ ਹੋਣਾ ਹੈ ਕਿ ਡਿਟੈਚ ਹੋਣਾ, ਅਸੀਂ ਕਿਹੜੇ ਪਾਸੇ ਜਾਣਾ, ਸਾਨੂੰ ਥੋੜ੍ਹੀ ਜਿਹੀ ਇਸ ਚੀਜ਼ ਦੀ ਕਲੈਰਿਟੀ ਬਾਣੀ ਤੋਂ ਹੀ ਲੈਣੀ ਪਏਗੀ। ਅਸੀਂ ਇਹਨੂੰ ਸਟੇਜਿਸ ਵਿੱਚ ਚੱਲਦੇ ਹਾਂ। ਪਹਿਲੀ ਸਟੇਜ ਲੈਂਦੇ ਹਾਂ ਜਿਹਨੂੰ ਅਸੀਂ ਅਟੈਚਮੈਂਟ ਹੀ ਕਹਿ ਰਹੇ ਹਾਂ। ਉਹ ਜੋ ਅਟੈਚਮੈਂਟ ਅਸੀਂ ਸਭ ਸਮਝਦੇ ਵੀ ਹਾਂ। ਆਮ ਤੌਰ 'ਤੇ ਇਸ ਅਟੈਚਮੈਂਟ ਦੀ ਜੋ ਸ਼ੁਰੂਆਤ ਹੈ ਉਹ ਪੈਦਾ ਹੋਣ ਤੋਂ ਹੀ ਮਾਪਿਓ ਜਿਹੜੇ ਨੇ ਬੱਚੇ ਨਾਲ ਬਹੁਤ ਜ਼ਿਆਦਾ ਅਟੈਚਡ ਹੁੰਦੇ ਨੇ। ਔਰ ਗੁਰੂ ਸਾਹਿਬਾਨ ਨੇ ਤੇ ਇਸ ਚੀਜ਼ ਨੂੰ ਕਿਹਾ ਕਿ ਅਸੀਂ ਕੁਰਬਾਨ ਕੀਤਾ ਤਿਸੇ ਵਿਟੋਂ ਜਿਨ ਮੋਹ ਮਿੱਠਾ ਲਾਇਆ। ਇੱਥੇ ਤੇ ਗੁਰੂ ਸਾਹਿਬ ਕਹਿ ਰਹੇ ਨੇ ਕਿ ਜਿਨੇ ਇਹ ਮਿੱਠਾ ਮੋਹ ਲਗਾ ਦਿੱਤਾ ਹੈ, ਅਸੀਂ ਉਸ ਸਾਹਿਬ ਦੇ ਕੁਰਬਾਨ ਜਾਂਦੇ ਹਾਂ। ਅਗਰ ਇਹ ਮੋਹ ਮਿੱਠਾ ਨਾ ਲਗਾਇਆ ਹੁੰਦਾ ਤੇ ਬੱਚਾ ਰੋਂਦਾ ਰਹਿੰਦਾ, ਮਾਂ ਨੇ ਪਰਵਾਹ ਨਹੀਂ ਸੀ ਕਰਨੀ। ਕਿਸੇ ਨੂੰ ਕੋਈ ਤਕਲੀਫ ਹੁੰਦੀ ਅਸੀਂ ਉਹਦੇ ਵੱਲ ਦੇਖਣਾ ਵੀ ਨਹੀਂ ਸੀ, ਛੋੜੋ ਜੀ ਸਾਨੂੰ ਕੀ ਲੈਣਾ ਦੇਣਾ, ਉਹਨੂੰ ਹੈ ਤਾਂ ਹੈ। ਸੋ ਇਹ ਇੱਕ ਤਰ੍ਹਾਂ ਦਾ ਮਿੱਠਾ ਮੋਹ ਹੀ ਹੈ ਜੋ ਸਾਨੂੰ ਐਕਸ਼ਨੇਬਲ ਬਣਾ ਰਿਹਾ, ਔਰ ਗੁਰੂ ਸਾਹਿਬ ਨੇ ਇਸ ਨੂੰ ਪੂਰੀ ਸਹਿਮਤੀ ਦਿੱਤੀ ਹੈ। ਫਿਰ ਸ਼ਬਦ ਆਉਂਦੇ ਨੇ ਜਿੱਥੇ ਡਿਟੈਚਮੈਂਟ ਦੀਆਂ ਵੀ ਗੱਲਾਂ ਹੋਈਆਂ ਨੇ, ਤੇ ਸਾਨੂੰ ਸਟੈਪ ਬਾਈ ਸਟੈਪ ਸਮਝਣਾ ਪਏਗਾ ਕਿ ਅਸੀਂ ਉਹ ਡਾਇਰੈਕਸ਼ਨ ਕਿਸ ਤਰ੍ਹਾਂ ਪਕੜ ਸਕਦੇ ਹਾਂ ਜਿੱਥੇ ਸਾਨੂੰ ਦੋਨੋਂ ਤਰਫ ਦਾ ਕੀ ਬੈਲੈਂਸ ਹੈ, ਔਰ ਕਿੱਥੇ ਬੈਲੈਂਸ ਕ੍ਰੀਏਟ ਕਰਕੇ ਆਪਣੇ ਜੀਵਨ ਨੂੰ ਮਾਰਗ ਦੱਸਣਾ ਹੈ ਗੁਰੂ ਸਾਹਿਬ ਦੀ ਸੇਧ ਵਿੱਚ, ਉੱਥੇ ਅਸੀਂ ਪਹੁੰਚ ਸਕੀਏ। ਸੋ ਇੱਕ ਤੇ ਪਹਿਲੀ ਸਟੇਜ ਹੈ ਕਿ ਯਸ, ਕੁਰਬਾਨ ਕੀਤਾ ਤਿਸੇ ਵਿਟੋਂ ਜਿਨ ਮੋਹ ਮਿੱਠਾ ਲਾਇਆ। ਸੋ ਅਟੈਚਮੈਂਟ ਦੀ ਗੱਲ ਗੁਰੂ ਸਾਹਿਬ ਕਰ ਰਹੇ ਹਨ, ਔਰ ਅਟੈਚਮੈਂਟ ਦੀ ਗੱਲ ਤੇ ਉਹ ਧੰਨਵਾਦ ਦੇ ਰਹੇ ਹਨ, ਪਰਮਾਤਮਾ ਨੂੰ ਬਹੁਤ ਧੰਨਵਾਦ ਦੇ ਰਹੇ ਹਾਂ ਕਿ ਜਿਨਨੇ ਸਾਨੂੰ ਇਹ ਮੋਹ ਵੀ ਲਗਾ ਕੇ ਭੇਜਿਆ, ਨਹੀਂ ਤੇ ਅਸੀਂ ਬਹੁਤ ਜਗ੍ਹਾ ਗਲਤੀਆਂ ਕਰ ਜਾਣੀਆਂ ਸਨ। ਹੁਣ ਇਸ ਅਟੈਚਮੈਂਟ ਦੇ ਵਿਚਕਾਰ ਗੁਰੂ ਸਾਹਿਬਾਨ ਕਹਿੰਦੇ ਨੇ ਜਦੋਂ ਤੁਸੀਂ ਅਟੈਚਡ ਹੋ ਤੇ ਨਾਲ ਗ੍ਰੈਟੀਟਿਊਡ ਵੀ ਐਕਸਪ੍ਰੈਸ ਕਰਨਾ ਸਿੱਖੋ। ਸੋ ਕੁਝ ਲੋਕ ਨੇ ਸਿਰਫ ਅਟੈਚ ਹੁੰਦੇ ਆ, ਉਹ ਸਟੇਜ 2 ਦੇ ਵਿੱਚ ਨਹੀਂ ਜਾਂਦੇ, ਉਹ ਉਸ ਅਟੈਚਮੈਂਟ ਲਈ ਆਪਣਾ ਗ੍ਰੈਟੀਟਿਊਡ ਐਕਸਪ੍ਰੈਸ ਨਹੀਂ ਕਰਦੇ। ਗੁਰੂ ਸਾਹਿਬਾਨ ਕਹਿੰਦੇ ਜਹ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈਏ ਧਿਆਵਨ ਜੋ, ਕਿ ਜਿਹਦੀ ਕਿਰਪਾ ਦੇ ਨਾਲ ਰੰਗ ਰਸ ਭੋਗ ਨੇ, ਜਿਨ੍ਹਾਂ ਦੀ ਕਿਰਪਾ ਨਾਲ ਇਹ ਆਨੰਦ ਲੈ ਰਹੇ ਹੋ, ਅਟੈਚਡ ਹੋ ਚੀਜ਼ਾਂ ਨਾਲ, ਕਿਉਂਕਿ ਚੀਜ਼ਾਂ ਨਾਲ ਅਟੈਚਡ ਹੋਈ ਤਾਂ ਵੀ ਉਹਨਾਂ ਨੂੰ ਤੁਸੀਂ ਇੰਜੋਏ ਕਰ ਸਕਦੇ ਹੋ। ਤੇ ਗੁਰੂ ਸਾਹਿਬ ਕਹਿੰਦੇ ਨੇ ਉਹ ਧਿਆਵਨ ਯੋਗ ਹੈ, ਉਹਨੂੰ ਨਾ ਭੁੱਲੋ। ਤੁਸੀਂ ਜਦੋਂ ਵੀ ਅਟੈਚਡ ਹੋ ਉਹਨੂੰ ਯਾਦ ਰੱਖੋਗੇ ਤੇ ਫਿਰ ਤੁਹਾਨੂੰ ਆਹਿਸਤਾ ਆਹਿਸਤਾ ਬੈਲੈਂਸਿੰਗ ਕਿਵੇਂ ਕਰਨੀ ਹੈ, ਕਿਤਨਾ ਅਟੈਚ ਹੋਣਾ ਹੈ, ਕਿਤਨਾ ਨਹੀਂ ਅਟੈਚ ਹੋਣਾ, ਇਹਦੀ ਸੋਝੀ ਵੀ ਆਏਗੀ। ਪਰ ਅਗਰ ਅਸੀਂ ਉਹਦਾ ਧੰਨਵਾਦ ਨਹੀਂ ਕਰ ਸਕਦੇ, ਉਹਨੂੰ ਧਿਆਨ 'ਚ ਨਹੀਂ ਰੱਖਾਂਗੇ, ਫਿਰ ਅਸੀਂ ਸਿਰਫ ਤੇ ਸਿਰਫ ਅਟੈਚ ਰਹਿ ਜਾਵਾਂਗੇ। ਉਹ ਇੱਕ ਬੜੀ ਡੇਂਜਰਸ ਚੀਜ਼ ਹੈ ਕਿ ਅਸੀਂ
ਇੱਕ ਤਰਫੋਂ ਪੂਰੀ ਤਰ੍ਹਾਂ ਅਟੈਚ ਹੋਈ। ਅਟੈਚ ਹੋਣਾ ਕੋਈ ਮਾੜੀ ਗੱਲ ਨਹੀਂ ਹੈ, ਪਰ ਉਹਦੀ ਕਿੱਥੇ ਜਾ ਕੇ ਰੁਕਣਾ ਹੈ, ਕਿੱਥੇ ਲਿਮਿਟ ਡਿਫਾਈਨ ਕਰਨੀ ਹੈ, ਉਹਦੇ ਲਈ ਪਹਿਲਾ ਸਟੈਪ ਹੈ ਕਿ ਜਿੰਨੇ ਸਾਨੂੰ ਇਹ ਮੋਹ ਮਿੱਠਾ ਲਾਇਆ ਉਹਦੇ ਨਾਲ ਅਸੀਂ ਅਟੈਚ, ਉਹਦੇ ਨਾਲ ਅਸੀਂ ਧੰਨਵਾਦ ਦਈਏ, ਉਹਨੂੰ ਯਾਦ ਰੱਖੀਏ ਔਰ ਉਹਨੂੰ ਧਿਆਨ ਵਿੱਚ ਆਪਣੇ ਹਮੇਸ਼ਾ ਰੱਖੀਏ। ਜਦੋਂ ਵੀ ਸਾਡੇ ਸਾਹਮਣੇ ਜੋ ਚੀਜ਼ ਆਈ ਹੈ ਜਿਹਦਾ ਅਸੀਂ ਸੁੱਖ ਮਾਣ ਰਹੇ ਹਾਂ, ਅਸੀਂ ਇਹ ਸਮਝੀਏ ਤੇ ਪਰਮਾਤਮਾ ਦਾ ਦਿੱਤਾ ਹੋਇਆ ਸੁੱਖ ਹੈ। ਔਰ ਉਸ ਤੋਂ ਬਾਅਦ ਆਹਿਸਤਾ ਆਹਿਸਤਾ ਆਪਣੇ ਨੂੰ ਉਸ ਅਵਸਥਾ ਤੋਂ ਥੋੜਾ ਜਿਹਾ ਉੱਪਰ ਉਠਾਈਏ ਔਰ ਅਸੀਂ ਇਹ ਫਿਰ ਮਹਿਸੂਸ ਕਰੀਏ ਕਿ ਇਹ ਜੋ ਕੁਝ ਵੀ ਹੋ ਰਿਹਾ, ਜਿਨ੍ਹਾਂ ਚੀਜ਼ਾਂ ਦੀ ਅਟੈਚਮੈਂਟ ਹੈ, ਜੋ ਪਸੰਦ ਆ ਰਹੀਆਂ, ਜੋ ਸੋਹਣੀਆਂ, ਜੋ ਦੁਨੀਆ 'ਚ ਇੱਕ ਤਰ੍ਹਾਂ ਨਾਲ ਬੜੀਆਂ ਸਾਨੂੰ ਮੋਹੰਦੀਆਂ ਨੇ ਚੀਜ਼ਾਂ, ਉਹਨਾਂ 'ਚ ਅਸੀਂ ਇਹ ਫੀਲ ਕਰੀਏ ਅਸੀਂ ਸਿਰਫ ਇੱਕ ਮੀਡੀਅਮ ਆ। ਪਰਮਾਤਮਾ ਕਰਵਾ ਰਿਹਾ, ਅਸੀਂ ਕਰ ਰਹੇ ਹਾਂ। ਕੱਲ ਉਹ ਨਹੀਂ ਕਰਵਾਏਗਾ ਤੇ ਨਹੀਂ ਵੀ ਕਰਾਂਗੇ, ਕੱਲ ਨਹੀਂ ਹੋ ਪਾਏਗਾ ਤੇ ਨਹੀਂ ਵੀ ਹੋਏਗਾ। ਸੋ ਅਸੀਂ ਆਪਣੇ ਆਪ ਨੂੰ ਧੰਨਵਾਦ ਦਿੰਦੇ ਦਿੰਦੇ ਇੱਕ ਐਸੀ ਅਵਸਥਾ ਜਾਈਏ ਜਿੱਥੇ ਅਸੀਂ ਇਹ ਮਹਿਸੂਸ ਕਰੀਏ ਕਿ ਵੀ ਆਰ ਜਸਟ ਦਾ ਮੀਡੀਅਮ, ਕਰਨ ਕਰਾਵਣ ਉਹਦੇ ਹੀ ਹੱਥ ਵਿੱਚ ਹੈ। ਤੇ ਇੱਥੇ ਗੁਰੂ ਸਾਹਿਬਾਨ ਕਹਿੰਦੇ ਜੇ ਕੋ ਆਪਣੇ ਠਾਕੁਰ ਭਾਵੈ ਕੋਟ ਮਧੇ ਇਹ ਕੀਰਤਨ ਗਾਵੈ। ਕਹਿੰਦੇ ਜੋ ਆਪਣੇ ਠਾਕੁਰ ਨੂੰ ਭਾ ਗਿਆ, ਔਰ ਜੋ ਬੇਸਿਕਲੀ ਠਾਕੁਰ ਨੂੰ ਭਾ ਗਿਆ ਮਤਲਬ ਠਾਕੁਰ ਦੇ ਨਾਲ ਉਹ ਜੁੜ ਗਿਆ ਤੇ ਠਾਕੁਰ ਨੂੰ ਵੀ ਉਹ ਭਾ ਗਿਆ, ਕੋਟ ਮਧੇ ਕੀਰਤਨ ਗਾਵੇ। ਬੜੀ ਸਟਰੋਂਗ ਲਾਈਨ ਹੈ। ਉਹ ਕਹਿੰਦੇ ਉਹ ਜੋ ਕਰੋੜਾਂ ਦੇ ਵਿਚਕਾਰ ਹੈ, ਖੜਾ ਹੋਇਆ, ਕਰੋੜੋਂ ਲੋਕ ਉਹਦੀ ਜੈ ਜੈਕਾਰ ਵੀ ਕਰ ਰਹੇ ਹੋਣ ਤੇ ਉਹ ਪਰਮਾਤਮਾ ਦੀ ਦਿਲ ਤੋਂ ਜੈ ਜੈਕਾਰ ਕਰ ਰਿਹਾ ਹੁੰਦਾ। ਉਹ ਇੱਕ ਤਰ੍ਹਾਂ ਨਾਲ ਕੀਰਤਨ ਕਰ ਰਿਹਾ ਹੁੰਦਾ, ਪਰਮਾਤਮਾ ਦੇਖ ਤੇਰੀ ਕਿੰਨੀ ਸ਼ੋਭਾ ਹੈ। ਤੇ ਉਹ ਆਪਣੇ ਆਪ ਨੂੰ ਇੱਕ ਮੀਡੀਅਮ ਸਮਝਣ ਲੱਗ ਜਾਂਦਾ। ਜਿੰਨੀਆਂ ਵੀ ਅਟੈਚਮੈਂਟਸ ਹੈ ਸਾਡੀਆਂ ਦੁਨੀਆ ਦੀਆਂ, ਚਾਹੇ ਬੱਚਿਆਂ ਦੇ ਨਾਲ ਹੈ, ਚਾਹੇ ਕਿਸੇ ਵੀ ਹੋਰ ਚੀਜ਼ ਦੇ ਨਾਲ ਹੈ, ਅਸੀਂ ਇਹ ਸੋਚੀਏ ਅਸੀਂ ਹੈ ਤੇ ਅਸੀਂ ਮੀਡੀਅਮ ਹੀ ਹਾਂ। ਅਟੈਚਮੈਂਟ ਹੈ, ਅੱਜ ਸਿਚੁਏਸ਼ਨ ਹੈ, ਕੱਲ ਸਿਚੁਏਸ਼ਨ ਬਦਲ ਸਕਦੀ ਹੈ, ਤਾਂ ਵੀ ਅਸੀਂ ਉਹਦਾ ਧੰਨਵਾਦ ਕਰਨਾ ਹੈ, ਕਿਉਂਕਿ ਜੋ ਸਿਚੁਏਸ਼ਨ ਉਹ ਦੇਗਾ ਉਹਦੇ 'ਚ ਅਸੀਂ ਧੰਨਵਾਦ ਕਰਨਾ। ਅਸੀਂ ਮੀਡੀਅਮ ਸੀ, ਅਸੀਂ ਜੋ ਮੀਡੀਅਮ ਕੋਲ ਕਰਵਾ ਰਹੇ ਹਾਂ ਉਹ ਕਰ ਰਹੇ ਹਾਂ। ਤੇ ਆਹਿਸਤਾ ਆਹਿਸਤਾ ਉਸ ਅਵਸਥਾ ਚਲੇ ਗਏ ਜਿੱਥੇ ਹਜ਼ਾਰਾਂ ਲੱਖਾਂ ਲੋਕ ਇਨਸਾਨ ਦੀ ਜੈ ਜੈਕਾਰ ਕਰ ਰਹੇ ਹੋਣ ਤੇ ਉਹਦਾ ਦਿਲ ਪਰਮਾਤਮਾ ਦੀ ਜੈ ਜੈਕਾਰ ਕਰ ਰਿਹਾ ਹੋਏ, ਕਿਉਂਕਿ ਉਹ ਸੋਚੇ ਸਾਰੀ ਦੀ ਸਾਰੀ ਜੋ ਮੈਨੂੰ ਵਡਿਆਈ ਮਿਲ ਰਹੀ ਉਹ ਮੇਰੀ ਵਡਿਆਈ ਹੈ ਹੀ ਨਹੀਂ, ਤੇ ਮੇਰੀ ਅਟੈਚਮੈਂਟ ਇਤਨੇ ਸਾਰੇ ਜੈ ਜੈਕਾਰ ਦੇ ਨਾਲ ਵੀ ਨਹੀਂ ਹੈ। ਮੇਰੀ ਅਟੈਚਮੈਂਟ ਸਿਰਫ ਤੇ ਸਿਰਫ ਪਰਮਾਤਮਾ ਨਾਲ ਹੈ, ਜੋ ਟਰੂ ਅਟੈਚਮੈਂਟ ਹੈ। ਦੁਨਿਆਵੀ ਅਟੈਚਮੈਂਟ ਮੇਰੀ ਕਿਸੇ ਵੀ ਚੀਜ਼ ਨਾਲ ਹੋ ਸਕਦੀ ਹੈ, ਉਸ ਟੈਂਪਰੇਰੀ ਚੀਜ਼ ਦੇ ਨਾਲ ਟੈਂਪਰੇਰੀਲੀ ਮੈਂ ਵੀ ਅਟੈਚਡ ਹਾਂ, ਔਰ ਇਸ ਪਰਮਾਤਮਾ ਦੀ ਪਰਮਾਨੈਂਟ ਹੋਣ ਦੇ ਨਾਲ ਮੈਂ ਪਰਮਾਨੈਂਟਲੀ ਵੀ ਅਟੈਚਡ ਹਾਂ। ਇਹ ਸਾਨੂੰ ਦੋ ਗੁਰ ਯਾਦ ਰੱਖਣੇ ਪੈਣਗੇ। ਜਿਹੜੀ ਚੀਜ਼ ਮੇਰੇ ਕੋਲ ਟੈਂਪਰੇਰੀ ਹੈ ਉਹਦੇ ਲਈ ਮੈਂ ਟੈਂਪਰੇਰੀਲੀ ਹੀ ਅਟੈਚਡ ਹਾਂ, ਕੱਲ ਹੋ ਸਕਦਾ ਮੇਰੇ ਕੋਲ ਨਾ ਹੋਏ, ਤਾਂ ਵੀ ਮੇਰਾ ਧੰਨਵਾਦ ਰਹਿਣਾ ਚਾਹੀਦਾ। ਔਰ ਜੋ ਪਰਮਾਨੈਂਟ ਹੈ ਉਹਦੇ ਨਾਲ ਮੈਂ ਪਰਮਾਨੈਂਟਲੀ ਅਟੈਚਡ ਹਾਂ। ਜਦੋਂ ਮੈਂ ਪਰਮਾਨੈਂਟਲੀ ਅਟੈਚਡ ਹਾਂ ਫਿਰ ਮੇਰਾ ਇੱਕ ਬੈਲੈਂਸਿੰਗ ਜੋ ਹੋਣੀ ਚਾਹੀਦੀ ਹੈ, ਕਿਤਨੀ ਅਟੈਚਮੈਂਟ ਹੋਣੀ ਹੈ ਕਿਤਨੀ ਨਹੀਂ ਹੋਣੀ, ਉਹ ਸਮਝ ਆ ਜਾਂਦੀ ਹੈ। ਦੈਟ ਮੀਨਸ ਸਾਨੂੰ ਇਹ ਰਿਅਲਾਈਜੇਸ਼ਨ ਹੋ ਜਾਂਦਾ ਹੈ ਕਿ ਇਹ ਸਭ ਸੁੱਖ, ਸਭ ਮੋਹ, ਸਭ ਚੀਜ਼ਾਂ ਟੈਂਪਰੇਰੀ ਹੈ। ਇਸ ਤਰ੍ਹਾਂ ਸਾਨੂੰ ਬਹੁਤ ਸ਼ਬਦ ਮਿਲਦੇ ਆ, ਜਿਵੇਂ ਕਿ ਅਸੀਂ ਹੁਣੇ ਪਹਿਲੇ ਵੀ ਸ਼ਬਦ ਦੀ ਗੱਲ ਕੀਤੀ, ਛੋੜ ਜਾਏ ਤਿਸਕਾ ਸ਼ਰਮ ਕਰੇ। ਸਾਰਾ ਐਫਰਟ ਤੇ ਮੈਂ ਉੱਥੇ ਲਗਾ ਰਿਹਾ ਜਾਂ ਛੋੜ ਜਾਣਾ, ਐਫਰਟ ਤੇ ਲਗਾਣਾ ਹੈ ਪਰ ਮੈਂ ਸਾਰਾ ਐਫਰਟ ਉੱਧਰ ਨਹੀਂ ਲਗਾਣਾ। ਸੰਗ ਸਹਾਈ ਤਿਸ ਪਰ ਹਰੇ, ਮੇਰਾ ਉਧਰ ਨੂੰ ਕਿਤਨਾ ਐਫਰਟ ਹੈ, ਉਹ ਬੈਲੈਂਸਿੰਗ ਦੀ ਗੱਲ ਹੈ ਸਾਰੀ। ਸੋ ਇਹ ਇੱਕ ਫਰਦਰ ਸਟੇਜ ਹੈ ਜੋ ਸਾਨੂੰ ਸ਼ਬਦਾਂ ਤੋਂ ਸੋਝੀ ਪਈ, ਅਸੀਂ ਉਹਨਾਂ ਨੂੰ ਸੀਕੁਐਂਸ ਰੱਖਣ ਦੀ ਕੋਸ਼ਿਸ਼ ਕੀਤੀ ਹੈ। ਔਰ ਜੋ ਚੌਥੀ ਅਵਸਥਾ ਹੈ ਉਹ ਹੈ ਬਲਿਸਫੁਲ ਲਾਈਫ ਵਿਦ ਟੈਂਪਰੇਰੀ ਅਟੈਚਮੈਂਟ, ਤਾਂ ਕਿ ਅੰਜਨ ਮਾਹੇ ਨਿਰੰਜਨ ਰਹੀਏ ਜੋਗ ਜੁਗਤ ਇਵ ਪਾਈਏ। ਉਸ ਅੰਜਨ ਦੇ ਵਿੱਚ, ਦੁਨੀਆ ਦੀ ਕਾਲਖ ਦੇ ਵਿੱਚ ਅਸੀਂ ਆਪਣੇ ਆਪ ਨੂੰ ਪਰੇ ਰੱਖ ਕੇ ਦੇਖ ਸਕੀਏ, ਕਿਉਂਕਿ ਜਿਹੜੀ ਅਟੈਚਮੈਂਟ ਹੈ ਤੇ ਕਿੱਥੇ ਉਹ ਕਾਲਖ ਹੈ, ਉਹ ਛੁੱਟਣੀ ਹੈ। ਤੇ ਇਤਨੇ ਕੋ ਅਟੈਚ ਰੱਖੀਏ ਕਿ ਕੱਲ ਉਹ ਛੁੱਟ ਜਾਏ, ਹੱਥੋਂ ਨਿਕਲ ਜਾਏ, ਸਹੀ ਹੈ, ਕੋਈ ਗੱਲ ਨਹੀਂ। ਆਈ ਮੀਨ ਅਸੀਂ ਪਰਮਾਤਮਾ ਨਾਲ ਅਟੈਚਡ ਹਾਂ, ਉਹੀ ਬਹੁਤ ਹੈ। ਸੋ ਬਲਿਸਫੁਲ ਲਾਈਫ ਉਹੀ ਹੁੰਦੀ ਹੈ ਜੋ ਹਰ ਸਟੇਜ ਦੇ ਵਿੱਚ ਇਨਸਾਨ ਆਨੰਦਮਈ ਰਹਿ ਸਕੇ। ਸੋ ਅਟੈਚਮੈਂਟ ਜਿਹੜੀ ਹੈ ਉਹਦੇ ਜਾਣ ਦਾ ਉਹਨੂੰ ਕੋਈ ਅਫਸੋਸ ਨਹੀਂ, ਕਿਉਂਕਿ ਉਹ ਟੈਂਪਰੇਰੀ ਸੀ। ਉਹ ਟੈਂਪਰੇਰੀ, ਉਹਨੂੰ ਗਿਆਨ ਸੀ, ਉਹਨੂੰ ਪੂਰਾ ਬੋਧ ਸੀ, ਉਹਨੂੰ ਸਮਝ ਸੀ ਕਿ ਇਹ ਟੈਂਪਰੇਰੀ ਅਟੈਚਮੈਂਟ ਹੈ, ਇਹਨੇ ਜਾਣਾ ਹੀ ਹੈ। ਔਰ ਜਿਸ ਦਿਨ ਚਲੀ ਜਾਓ ਕਿ ਚਲੋ ਇਹਦਾ ਵੀ ਵਕਤ ਆ ਗਿਆ, ਟੈਂਪਰੇਰੀ ਅਟੈਚਮੈਂਟ ਵੀ ਖਤਮ ਹੋਈ, ਔਰ ਫਿਰ ਅਸੀਂ ਪਰਮਾਤਮਾ ਦੇ ਨਾਲ ਬਲਿਸਫੁਲ ਲਾਈਫ ਹੈ ਔਰ ਪਰਮਾਨੈਂਟਲੀ ਅਟੈਚਡ ਹਾਂ। ਸੋ ਜੋ ਸਾਡਾ ਸਵਾਲ ਸੀ, ਓਰੀਜਨਲ ਕੁਐਸਚਨ ਸੀ ਕਿ ਅਸੀਂ ਕਿਸ ਤਰ੍ਹਾਂ ਨਾਲ ਮੋਟੀਵੇਟਿਡ ਰਹਿ ਸਕਦੇ ਹਾਂ ਜਦੋਂ ਕਿ ਸਾਨੂੰ ਡਿਟੈਚ ਹੋਣ ਨੂੰ ਕਿਹਾ। ਸਾਨੂੰ ਡਿਟੈਚ ਹੋਣ ਨੂੰ ਨਹੀਂ ਕਿਹਾ,
ਜੋ ਸਾਨੂੰ ਸਮਝ ਆਈ ਹੈ ਸ਼ਬਦਾਂ ਦੇ ਆਧਾਰ ਤੇ, ਸਾਨੂੰ ਇਹ ਕਿਹਾ ਗਿਆ ਜੋ ਤੁਸੀਂ ਅਟੈਚਡ ਹੋ, ਇਹ ਮਨ ਚ ਭਾਵ ਰੱਖ ਕੇ ਚੱਲੋ ਕਿ ਇਹ ਸਭ ਟੈਂਪਰੇਰੀ ਹੈ, ਔਰ ਜੋ ਪਰਮਾਨੈਂਟ ਹੈ ਉਹਦੇ ਨਾਲ ਆਪਣੀ ਅਟੈਚਮੈਂਟ ਸਟਰੋਂਗ ਬਣਾਓ। ਤੁਹਾਨੂੰ ਇਹ ਪਤਾ ਲੱਗ ਜਾਏਗਾ ਕਿਤਨਾ ਕੁ ਕਿਹਦੇ ਨਾਲ ਅਟੈਚ ਹੋਣਾ ਹੈ। ਡਿਟੈਚ ਅਸੀਂ ਨਹੀਂ ਹੋਣਾ, ਕਾਰੋਬਾਰ ਅਸੀਂ ਨਹੀਂ ਛੋੜਨੇ, ਆਪਣੇ ਸਟਰੋਂਗ ਪਿਓਰ ਇਮੋਸ਼ਨਸ ਅਸੀਂ ਨਹੀਂ ਛੋੜਨੇ, ਔਰ ਉਹ ਸਭ ਨਾਲ ਲੈ ਕੇ ਚੱਲਣਾ ਹੈ ਤਾਂ ਕਿ ਅਸੀਂ ਇੱਕ ਬੈਲੈਂਸਿੰਗ, ਜਿੱਥੇ ਸਾਨੂੰ ਕਿਤਨੀ ਕੁ ਅਟੈਚ ਹੋਣਾ ਉਹ ਸੋਝੀ ਆ ਜਾਏ ਔਰ ਗੁਰੂ ਦੀ ਮਿਹਰ ਹੋ ਜਾਏ। ਉਹੀ ਸਭ ਨਾਲ ਇੱਕ ਸਾਡਾ ਇੰਪੋਰਟੈਂਟ ਏਮ ਹੋਣਾ ਚਾਹੀਦਾ ਅਟੈਚਮੈਂਟ ਡਿਟੈਚਮੈਂਟ ਥਿਉਰੀ ਨੂੰ ਸਮਝਣ ਲਈ। ਸੋ ਇਹ ਕੁਝ ਸ਼ਬਦ ਸਨ ਜਿਨ੍ਹਾਂ ਦੇ ਆਧਾਰ ਤੇ, ਔਰ ਅੱਗੇ ਅਸੀਂ ਦੇਖੀਏ ਤੇ ਜੋ 4 ਸਟੇजेस हैं कि कुछ लोग सिर्फ अटैचमेंट ਤੇ ਰੁਕ ਜਾਂਦੇ हैं, ਕੁਝ ਅਟੈਚਮੈਂਟ ਵਿਦ ਗ੍ਰੈਟੀਟਿਊਡ ਫॉर ਗਿਵਰ ਦੀ ਸਟੇਜ ਵਿੱਚ ਵੀ ਜਾਂਦੇ हैं ਲੋਕ, ਕੋਈ ਧੰਨਵਾਦ ਵੀ ਦਿੰਦੇ हैं, ਕੁਝ ਧੰਨਵਾਦ ਦਿੰਦੇ ਦਿੰਦੇ ਇਸ ਅਵਸਥਾ ਚਲੇ ਜਾਂਦੇ हैं ਜਿਨ੍ਹਾਂ ਨੂੰ ਇਹ ਰਿਅਲਾਈਜੇਸ਼ਨ ਹੈ ਮੈਂ ਜਿਹਦੇ ਨਾਲ ਅਟੈਚਡ ਹਾਂ, ਇਹ ਸਭ ਮੈਂ ਮੀਡੀਅਮ ਹਾਂ, ਔਰ ਇਹ ਮੀਡੀਅਮ ਜਿਹੜਾ ਜਿਹਦੇ ਨਾਲ ਅਟੈਚ ਕੱਲ ਪਰਮਾਤਮਾ ਕਰੇਗਾ ਉਹਦੇ ਨਾਲ ਅਟੈਚ ਹੋਣਾ ਪਏਗਾ, ਜਿਹਦੇ ਨਾਲ ਡਿਟੈਚ ਹੋਣਾ ਉਹਦੇ ਨਾਲ ਹੋਣਾ ਪਏਗਾ। ਔਰ ਜਦੋਂ ਉਤਨੀ ਸੋਝੀ ਆਏ ਤੇ ਫਿਰ ਆਨੰਦਮਈ ਅਵਸਥਾ ਬਲਿਸਫੁਲ ਸਟੇਜ ਦੇ ਵਿੱਚ ਜਾ ਕੇ ਜਿੱਥੇ ਪਰਮਾਤਮਾ ਨਾਲ ਜੋ ਪਰਮਾਨੈਂਟਲੀ ਅਟੈਚਡ ਹੈ ਉਹ ਸਾਰੀ ਦੁਨੀਆ ਨਾਲ ਵੀ ਅਟੈਚਡ ਹੈ ਪਰ ਉਹ ਟੈਂਪਰੇਰੀਲੀ ਅਟੈਚਡ ਹੈ। ਸੋ ਇਹ ਸਟੇजेस ਹੀ ਹੈ, ਇਸ ਤਰ੍ਹਾਂ ਦੇ ਕਈ ਸਾਰੇ ਮਾਰਗ ਨੇ ਉਸ ਦੇ ਵਿਚਕਾਰ। ਇਹ ਮਾਰਗ ਸਿਰਫ ਡਿਟੈਚਮੈਂਟ ਅਟੈਚਮੈਂਟ ਲਈ ਸਟੇजेस ਹੈ, ਮਤਲਬ ਇਹਨੂੰ ਅਸੀਂ ਪੂਰਨ ਗੁਰੂ ਪਰਮਾਤਮਾ ਤੱਕ ਪਹੁੰਚਣ ਦਾ ਮਾਰਗ ਨਾ ਮੰਨੀਏ, ਅਸੀਂ ਸਿਰਫ ਇਹ ਦੇਖੀਏ ਕਿ ਇਸ ਐਸਪੈਕਟ ਦੀਆਂ ਜੋ ਸਟੇजेस ਹੈ ਉਹ ਕੀ ਹੈ। ਔਰ ਇਤਨੀ ਕੁ ਜੋ ਸੋਝੀ ਸਾਨੂੰ ਪਈ ਸ਼ਬਦਾਂ ਦੇ ਆਧਾਰ ਤੇ ਉਹ ਸਾਂਝੀ ਕੀਤੀ ਹੈ। ਔਰ ਫਿਰ ਹੁਣ ਅਸੀਂ ਲੈਂਦੇ ਹਾਂ ਅਗਲਾ ਕੁਐਸਚਨ ਕਿ ਵਾਈ ਇਜ਼ ਇਟ ਡਿਫਿਕਲਟ ਟੂ ਮੈਡੀਟੇਟ ਔਨ ਹਿਮ, ਕਿ ਪਰਮਾਤਮਾ ਦਾ ਨਾਂ ਲੈਣਾ ਮੁਸ਼ਕਿਲ ਕਿਉਂ ਹੁੰਦਾ। ਔਰ ਮਤਲਬ ਸਾਨੂੰ ਸ਼ਾਇਦ ਕੋਈ ਇਸ ਨੂੰ ਦੱਸਣ ਦੀ ਲੋੜ ਨਹੀਂ, ਪਰਮਾਤਮਾ ਦਾ ਨਾਂ ਲੈਣਾ ਆਸਾਨ ਹੁੰਦਾ ਵੀ ਨਹੀਂ ਹੈ। ਔਰ ਗੁਰੂ ਸਾਹਿਬਾਨ ਨੇ ਵੀ ਕਿਹਾ ਕਿ ਆਖਾਂ ਜੀਵਾਂ ਵਿਸਰੈ ਮਰ ਜਾਉ, ਆਖਣ ਔਖਾ ਸਾਚਾ ਨਾਉ। ਇੱਥੇ ਗੁਰੂ ਸਾਹਿਬ ਲਈ ਪਰਮਾਤਮਾ ਦਾ ਨਾਂ ਲੈਣਾ ਔਖਾ ਨਹੀਂ ਹੈ, ਕਿਉਂਕਿ ਉਹਨਾਂ ਦੇ ਵਿੱਚ ਤੇ ਨਾਮ ਹਰ ਵੇਲੇ ਰਚਿਆ ਹੋਇਆ। ਉਹ ਦੁਨਿਆਵੀ ਇਨਸਾਨ ਲਈ ਕਹਿ ਰਹੇ ਹਨ ਕਿ ਆਖਣ ਔਖਾ ਸਾਚਾ ਨਾਉ, ਉਹ ਇੱਕ ਰਿਐਲਿਟੀ ਹੈ। ਪਰ ਅਗਰ ਅਸੀਂ ਇਹ ਸਮਝੀਏ ਕਿ ਉਹ ਔਖਾ ਕਿਉਂ ਹੈ, ਵਾਈ ਇਟ ਇਜ਼ ਡਿਫਿਕਲਟ ਟੂ ਮੈਡੀਟੇਟ ਔਨ ਹਿਮ, ਕਿੱਥੇ ਕਿੱਥੇ ਸਾਡੇ ਕੋਲ ਭੁੱਲਾਂ ਚੁੱਕਾਂ ਹੋਈਆਂ, ਕਿੱਥੇ ਕਿੱਥੇ ਲੈਪਸਿਸ ਹੋਏ ਹੈ ਜਿਹਦਾ ਇਹ ਕਾਰਨ ਬਣ ਗਿਆ ਕਿ ਸਾਨੂੰ ਪਰਮਾਤਮਾ ਦਾ ਨਾਮ ਲੈਣਾ ਔਖਾ ਹੋਇਆ। ਔਰ ਅਗਰ ਅਸੀਂ ਉਹਨਾਂ ਕਾਰਨਾਂ ਨੂੰ ਆਹਿਸਤਾ ਆਹਿਸਤਾ ਅਟੈਂਡ ਕਰਾਂਗੇ ਤਾਂ ਹੀ ਪੋਸੀਬਲ ਹੋਏਗਾ ਕਿ ਸਾਨੂੰ ਪਰਮਾਤਮਾ ਦਾ ਨਾਮ ਲੈਣਾ ਥੋੜਾ ਸੌਖਾ ਲੱਗੇ। ਅਦਰਵਾਈਜ਼ ਪਰਮਾਤਮਾ ਦਾ ਨਾਮ ਲੈਣਾ ਹਮੇਸ਼ਾ ਦੇ ਲਈ ਹੀ ਇੱਕ ਆਮ ਮਨੁੱਖ ਨੂੰ ਬਹੁਤ ਔਖਾ ਲੱਗੇਗਾ। ਤੇ ਅਸੀਂ ਗੁਰਬਾਣੀ ਦੇ ਆਧਾਰ ਤੇ ਫਿਰ ਇਹ ਕੋਸ਼ਿਸ਼ ਕੀਤੀ ਜਾਣਨ ਦੀ ਕਿ ਗੁਰੂ ਸਾਹਿਬਾਨ ਨਾਮ ਨਾਲ ਜੋੜਨ ਲਈ ਜੋ ਜੋ ਸਾਨੂੰ ਦੁਨੀਆ ਦੇ ਵਿੱਚ ਜਿਸ ਤਰ੍ਹਾਂ ਦਾ ਸਾਡਾ ਜੀਵਨ ਹੈ, ਜਿਸ ਤਰ੍ਹਾਂ ਸਾਡੀ ਬੈਕਗਰਾਉਂਡ ਹੈ, ਜਿਸ এনवायरमेंट 'ਚ ਅਸੀਂ ਪੱਲੇ ਵੱਡੇ ਹੋਏ ਹਾਂ, ਜਿਸ এনवायरमेंट ਦਾ ਸਾਡੇ ਤੇ ਇੰਪੈਕਟ ਹੈ, ਜੋ ਸੰਗਤ ਹੈ, ਉਹ ਸਾਰਾ ਕੁਝ ਅਸੀਂ ਇਕੱਠੇ ਰੱਖ ਕੇ ਦੇਖੀਏ ਤੇ ਦੇਖੀਏ ਵੀ ਇਹ ਪਿਕਚਰ ਕੀ ਸਾਹਮਣੇ ਐਮਰਜ ਹੋ ਰਹੀ ਹੈ, ਤਾਂ ਸਾਨੂੰ ਥੋੜੀਆਂ ਇਹਦੀਆਂ ਝਲਕਾਂ ਮਿਲੀਆਂ ਕਿ ਪਰਮਾਤਮਾ ਦਾ ਨਾਮ ਲੈਣਾ ਔਖਾ ਕਿਉਂ ਹੈ ਔਰ ਇਹਨੂੰ ਸੌਖਾ ਬਣਾਉਣ ਲਈ ਸਾਨੂੰ ਕੀ ਕਰਨਾ ਪਏਗਾ। ਸੋ ਇਸ ਤੇ ਅਸੀਂ ਅੱਗੇ ਵਿਚਾਰ ਕਰਦੇ ਹਾਂ। ਅਸੀਂ ਇੱਕ ਛੋਟੀ ਜਿਹੀ ਸਟੋਰੀ ਦੇ ਫਾਰਮ 'ਚ ਲਾਂਗੇ, ਸਟੋਰੀ ਆਫ ਵਰਲਡਲੀ ਹਿਊਮਨ ਵਰਸਸ ਡਿਵੋਟਿਡ ਹਿਊਮਨ। ਵਰਲਡਲੀ ਹਿਊਮਨ ਮਤਲਬ ਉਹ ਇਨਸਾਨ ਜੋ ਪੂਰੀ ਤਰ੍ਹਾਂ ਦੁਨਿਆਵੀ ਰੰਗਾਂ ਵਿੱਚ ਰਚਿਆ ਹੋਇਆ ਹੈ, ਔਰ ਇੱਕ ਉਹ ਇਨਸਾਨ ਜੋ ਪਰਮਾਤਮਾ ਦੇ ਨਾਲ ਰਚਿਆ ਹੋਇਆ। ਇਹ ਦੋ ਐਕਸਟ੍ਰੀਮ ਸਟੇजेस ਨੇ। ਅਸੀਂ ਹੋ ਸਕਦਾ ਕਿਤੇ ਵਿੱਚ ਹੋਈਏ, ਹੋ ਸਕਦਾ ਕਿਉਂਕਿ ਇਹ ਸੰਗਤ ਦੇ ਰੂਪ 'ਚ ਇਹਨੂੰ ਇਹ ਕਹਿਣਾ ਵੀ ਠੀਕ ਨਹੀਂ ਹੈ ਕਿ ਡਿਵੋਟਿਡ ਨਹੀਂ ਹੈ। ਇੱਥੇ ਵੱਖਰੀ ਅਵਸਥਾ ਹੋ ਸਕਦੀ ਹੈ। ਹੋ ਸਕਦਾ ਸੀ 99% ਤੱਕ ਸਾਡੇ ਵਿਚਕਾਰ ਹੋਣ ਜਿਹੜੇ ਡਿਵੋਟਿਡ ਹੋਣ, ਉਹਨਾਂ ਦੀ 1% ਵਰਲਡਲੀ ਹਿਊਮਨ ਹੋਣ। ਔਰ ਕੋਈ ਐਸਾ ਵੀ ਹੋ ਸਕਦਾ ਸਾਡੇ ਵਰਗੇ ਮਤਲਬ ਮੇਰੇ ਵਰਗੇ ਜਿਹੜੇ ਹੋਰ ਬਹੁਤ ਹੈ ਜਿਹੜੇ ਜ਼ਿਆਦਾ ਵਰਲਡਲੀ ਹਿਊਮਨ ਹੀ ਹੈ, ਡਿਵੋਟਿਡ ਸਿਰਫ ਸ਼ਾਇਦ ਦਿਖਾਉਣ ਵਾਲਾ ਹੀ ਹੋਏ। ਸੋ ਕੁਝ ਵੀ ਅਸੀਂ ਨਹੀਂ ਜਾਣਦੇ ਕਿਸ ਦੀ ਕਿਹੜੀ ਸਟੇਜ ਹੈ, ਬਟ ਅਸੀਂ ਇੱਕ ਛੋਟੀ ਜਿਹੀ ਸਟੋਰੀ ਕਿ ਵਰਲਡਲੀ ਹਿਊਮਨ ਦੀ ਕੀ ਕਹਾਣੀ ਹੈ ਤੇ ਡਿਵੋਟਿਡ ਹਿਊਮਨ ਦੀ, ਫਿਰ ਇਹ ਸਮਝ ਆਏਗਾ ਆਖਣ ਔਖਾ ਸਾਚਾ ਨਾਉ ਕਿਉਂ ਹੈ। ਸੋ ਪਹਿਲੇ ਅਸੀਂ ਗੱਲ ਕਰਾਂਗੇ ਵਰਲਡਲੀ ਹਿਊਮਨ ਦੀ। ਇੱਕ ਤੇ ਜੋ ਹੈ ਨਾ ਦੁਨੀਆ ਦੇ ਵਿਚਕਾਰ ਬਹੁਤ ਜ਼ਿਆਦਾ ਹਿਪਨੋਟਾਈਜ਼ਿੰਗ ਪਾਵਰ ਹੈ। ਦੁਨੀਆ ਦੀਆਂ ਜੋ ਅਟਰੈਕਸ਼ਨਸ ਹੈ ਉਹ ਇਨਸਾਨ ਦੇ ਦਿਮਾਗ ਨੂੰ ਹਿਲਾ ਕੇ ਰੱਖ ਸਕਦੀਆਂ ਕਿ ਇਤਨੀ ਜ਼ਬਰਦਸਤ ਇਸ ਟਾਈਮ ਸਾਡੀ ਸੈਲਿੰਗ ਹੈ।
ਹੋ ਸਕਦਾ ਅੱਜ ਤੋਂ 300-400 ਸਾਲ ਪਹਿਲਾਂ ਇਤਨਾ ਔਖਾ ਰੱਬ ਦਾ ਨਾਂ ਲੈਣਾ ਨਾ ਰਿਹਾ ਹੋਏ, ਔਰ ਤਾਂ ਵੀ ਗੁਰੂ ਸਾਹਿਬ ਨੇ ਕਿਹਾ ਕਿ ਆਖਣ ਔਖਾ ਸਾਚਾ ਨਾਮ। ਤੇ ਅੱਜ ਦੀ ਜੋ ਅਵਸਥਾ ਹੈ ਉਹਦੇ ਵਿੱਚ ਤੇ ਇਹ ਅਟਰੈਕਸ਼ਨ ਜਿਹੜੀਆਂ ਨੇ, ਦੁਨੀਆ ਅਟਰੈਕਸ਼ਨ ਨੇ, ਉਹ ਐਕਸਪੋਨੈਂਸ਼ੀਅਲੀ ਵੱਧ ਚੁੱਕੀਆਂ। ਤੇ ਇਹਨਾਂ ਜਿਤਨੀਆਂ ਵੀ ਅਟਰੈਕਸ਼ਨ ਹੁੰਦੀਆਂ, ਇਹਦੀਆਂ ਇੱਕ ਹਿਪਨੋਟਾਈਜ਼ਿੰਗ ਪਾਵਰ ਹੁੰਦੀ ਹੈ, ਜਿਹੜੀਆਂ ਸਾਡੀ ਸੋਚ, ਜੋ ਅਸੀਂ ਸੋਚਣਾ ਚਾਹੁੰਦੇ ਹਾਂ ਉਸ ਤੋਂ ਸਾਨੂੰ ਹਟਾ ਕੇ ਜੋ ਉਹ ਸੋਚ ਸਾਨੂੰ ਦੇਣਾ ਚਾਹੁੰਦੇ ਹਾਂ, ਅਸੀਂ ਸੋਚ ਵੱਲ ਚੱਲ ਪੈਂਦੇ ਹਾਂ। ਹਿਪਨੋਟਾਈਜ਼ਿੰਗ ਪਾਵਰ ਦਾ ਇੱਕ ਇਹੀ ਮੀਨਿੰਗ ਹੁੰਦਾ ਹੈ ਕਿ ਜੋ ਮੇਰੀ ਅੰਦਰ ਕੋਰ ਥਿੰਕਿੰਗ ਹੈ, ਜੋ ਵਿਚਾਰ ਹੈ, ਉਹਨਾਂ ਨੂੰ ਕੋਈ ਹਿਲਾ ਸਕੇ, ਔਰ ਜੋ ਦੁਨੀਆ ਦੇ ਸਾਹਮਣੇ ਰੰਗ ਦਿਖਾਈ ਦੇ ਰਹੇ ਨੇ ਉਹਨਾਂ ਵਿੱਚ ਸਾਨੂੰ ਇੱਕ ਅਟਰੈਕਸ਼ਨ ਜੀ ਨਜ਼ਰ ਆਵੇ। ਤਾਂ ਇੱਕ ਰੀਜ਼ਨ ਤੇ ਹੈ ਵਰਲਡਲੀ ਹਿਊਮਨ ਦੀ ਕਿ he gets hypnotized by the powers of worldly attractions। ਜਸਟ ਸਮਝਣ ਦੀ ਗੱਲ ਹੈ, ਇਹਦੇ ਵਿੱਚ ਬਹੁਤ ਸਾਰੇ ਸ਼ਬਦ ਹੈ, ਮਤਲਬ ਉਹ ਸ਼ਬਦ ਤੇ ਇਤਨੇ ਸਾਰੇ ਸਾਨੂੰ ਬਾਣੀ ਚ ਮਿਲੇ ਕਿ ਅਸੀਂ ਕਿਹਾ ਚਲੋ ਅਸੀਂ ਇਹਨੂੰ ਪਹਿਲਾਂ ਇੱਕ ਸਿੰਪਲ ਵੇ ਚ ਹੀ ਸਮਝਣ ਦੀ ਕੋਸ਼ਿਸ਼ ਕਰੀਏ। ਜਿਤਨੀਆਂ ਇੱਕ ਤੋਂ ਇੱਕ ਸਾਨੂੰ ਸੈਟੀਸਫਾਈ ਕਰਨੇ ਆਪਣੀਆਂ ਇੰਦਰੀਆਂ ਨੂੰ, ਸੋ ਆਪਣੀਆਂ ਡਿਜ਼ਾਇਰਸ ਨੂੰ, ਉਹਦੇ ਲਈ ਦੁਨੀਆ 'ਚ ਬਹੁਤ ਗੈਜਟਸ ਆ ਗਏ। ਮੇਰੇ ਕੋਲ ਲੇਟੈਸਟ ਕਿਉਂ ਨਹੀਂ ਹੈ, ਉਹਦੇ ਕੋਲ ਹੈ, ਉਹਦੇ ਕੋਲ ਤੇ ਉਹ ਤੇ ਇਹ ਵੀ ਕਰ ਸਕਦਾ ਹੈ। ਮਤਲਬ ਅਸੀਂ ਇਤਨੀ ਜਲਦੀ ਅਟਰੈਕਟ ਹੋ ਕੇ ਪੂਰਾ ਸਮਾਂ ਲਗਾ ਕੇ ਲੱਭਦੇ ਹਾਂ, ਔਰ ਇਹ ਨਹੀਂ ਹੈ ਕਿ ਇਹਨਾਂ ਚੀਜ਼ਾਂ ਨੂੰ ਸਾਨੂੰ ਨਹੀਂ ਲੈਣਾ, ਮਤਲਬ ਇੱਥੇ ਕਿਤੇ ਕੋਈ ਗਲਤ ਮੀਨਿੰਗ ਨਾ ਨਿਕਾਲਿਆ ਜਾਏ, ਜਾਂ ਅਸੀਂ ਦੁਨੀਆ ਜਾ ਕੇ ਦੁਨੀਆ ਨੂੰ ਨਹੀਂ ਦੇਖਣਾ। ਜੋ ਅਸੀਂ ਪਹਿਲੇ ਡਿਸਕਸ ਕੀਤਾ ਸੀ ਉਹ ਸਭ ਦੇਖਦੇ ਹੋਏ ਵੀ ਅਗਰ ਅਸੀਂ ਧੰਨਵਾਦ ਵੀ ਕਰ ਸਕਦੇ ਹਾਂ, ਜਾਂ ਅਸੀਂ ਡਿਟੈਚ ਇਸ ਸੈਂਸ ਰਹਿ ਸਕਦੇ ਹਾਂ ਕਿ ਅਸੀਂ ਸਿਰਫ ਮੀਡੀਅਮ ਹਾਂ, ਪਰਮਾਤਮਾ ਸਾਨੂੰ ਦਿਖਾ ਰਿਹਾ, ਦੇਖ ਰਿਹਾ, ਕੱਲ ਨਹੀਂ ਦੇਖਾਂਗੇ ਤੇ ਨਹੀਂ ਦੇਖਾਂਗੇ। ਅਗਰ ਉਹ ਅਵਸਥਾ ਹੈ ਫਿਰ ਕੋਈ ਡਾਊਟ ਨਹੀਂ ਹੈ ਕਿ ਸਾਨੂੰ ਇਹ ਚੀਜ਼ਾਂ ਹਿਪਨੋਟਾਈਜ਼ ਕਰ ਸਕਣ ਜਾਂ ਸਾਨੂੰ ਡਿਸਟਰੈਕਟ ਕਰ ਸਕਣ। ਸੋ ਦੇਰ ਆਰ ਮੈਨੀ ਸੱਚ ਅਟਰੈਕਸ਼ਨਸ, ਆਈ ਮੀਨ, ਜੋ ਸਾਡੀਆਂ ਡਿਜ਼ਾਇਰਸ ਨੂੰ ਵੀ ਫਰਦਰ ਫੁਲਫਿਲ ਕਰਦੀਆਂ ਨੇ। ਉਸ ਤੋਂ ਇਲਾਵਾ ਇਨਸਾਨ ਦੇ ਕੋਲ ਜਦੋਂ ਬਹੁਤ ਸਟ੍ਰੈਸਫੁਲ ਹੋ ਜਾਂਦਾ ਹੈ, ਜਦੋਂ ਬਹੁਤ ਉਹਨੂੰ ਲੱਗਦਾ ਹੈ ਕਿ ਹੁਣ ਮੇਰਾ ਦਿਮਾਗ 'ਚ ਬਹੁਤ ਜ਼ਿਆਦਾ ਪ੍ਰੈਸ਼ਰਸ ਬਣਦੇ ਜਾ ਰਹੇ ਨੇ, ਮੇਰੇ ਕੋਲ ਇਹ ਨਹੀਂ ਹੈ, ਉਹ ਨਹੀਂ ਹੈ, ਘੱਟ ਹੈ, ਚੀਜ਼ਾਂ ਦੀ ਕਮੀ ਹੈ, ਔਰ ਪੈਸੇ ਦੇ ਪਿੱਛੇ ਦੌੜ ਰਿਹਾ, ਪੈਸਾ ਆ ਵੀ ਰਿਹਾ, ਪੈਸਾ ਸੰਭਲ ਵੀ ਨਹੀਂ ਰਿਹਾ, ਫਿਰ ਵੀ ਹੋਰ ਪੈਸਾ ਚਾਹੀਦਾ ਹੈ। ਉਹ ਸਾਰੀਆਂ ਜਦੋਂ ਸਟੇਜਸ ਆ ਜਾਂਦੀਆਂ ਤਾਂ ਫਿਰ ਇਨਸਾਨ ਇੱਕ ਨਵੀਂ ਹੋਰ ਆਪਣੀ ਚੀਜ਼ ਪਕੜ ਲੈਂਦਾ ਕਿ ਉਹ ਆਪਣੇ ਸਟ੍ਰੈਸ ਨੂੰ ਰਿਲੀਵ ਕਰਨਾ ਚਾਹੁੰਦਾ। ਉਹ ਸੋਚਦਾ ਸ਼ਾਇਦ ਇਹੀ ਬੈਸਟ ਤਰੀਕਾ ਹੈ ਸਟ੍ਰੈਸ ਨੂੰ ਰਿਲੀਵ ਕਰਨ ਦਾ। ਤਾਂ ਅਸੀਂ ਦੇਖ ਰਹੇ ਹਾਂ ਕਿ ਬਹੁਤ ਸਾਰੀ ਦੁਨੀਆ ਜਿਹੜੀ ਹੈ, ਇਹਨੂੰ ਬੜਾ ਆਮ ਮੰਨਿਆ ਜਾਂਦਾ ਅੱਜ ਕੱਲ੍ਹ ਕਿ ਲੋਕ ਦਾਰੂ ਪੀਂਦੇ ਆ। ਮਤਲਬ ਇਹ ਵਰਡ ਵੀ ਘਰਾਂ 'ਚ ਯੂਜ਼ ਨਹੀਂ ਸੀ ਹੁੰਦਾ ਅੱਜ ਤੋਂ 40-50 ਸਾਲ ਪਹਿਲਾਂ। ਇਹ ਟਰਮ ਹੀ ਨਹੀਂ ਯੂਜ਼ ਹੁੰਦੀ ਸੀ, ਇਹਨੂੰ ਟੈਬੂ ਮੰਨਦੇ ਸੀ, ਇਹਨੂੰ ਬੁਰਾ ਮੰਨਦੇ ਸੀ ਕਿ ਉਹਦੇ ਮੂੰਹ 'ਚ ਵਰਡ ਸ਼ਰਾਬ ਨਿਕਲਿਆ। ਔਰ ਅੱਜ ਕੱਲ੍ਹ ਤੇ ਖੁੱਲ੍ਹੇਆਮ ਪੀਤੀ ਜਾਂਦੀ ਹੈ, ਔਰ ਬੱਚੇ ਪੇਰੈਂਟਸ ਸਭ ਬੈਠ ਕੇ ਪੀਂਦੇ ਹੈ। ਉਹ ਸਟ੍ਰੈਸ ਨੂੰ ਰਿਲੀਵ ਕਰਦੇ ਆ, ਸੋਚਦੇ ਆ ਇਹੀ ਇੱਕ ਤਰੀਕਾ ਹੈ ਆਨੰਦ ਲੈਣ ਦਾ ਜਾਂ ਜੋਇਫੁਲ ਹੋਣ ਦਾ। ਸੋ ਦੁਨੀਆ ਦੇ ਵਿਚਕਾਰ ਹੋਰ ਬੜੀਆਂ ਚੀਜ਼ਾਂ ਬੜੇ ਐਸੇ ਤਰੀਕੇ ਨਾਲ ਪੇਸ਼ ਕੀਤੀਆਂ ਗਈਆਂ ਕਿ ਜਿਵੇਂ ਉਹਦੇ ਬਗੈਰ ਵੀ ਤੁਹਾਡਾ ਗੁਜ਼ਾਰਾ ਨਹੀਂ ਹੈ। ਔਰ ਅਲਟੀਮੇਟਲੀ ਕੀ ਹੋ ਗਿਆ, ਸਾਡੇ ਕੋਲ ਕੋਈ ਸਿਸਟਮ ਨਹੀਂ ਸੀ ਰੈਗੂਲਰ ਕਲੀਨਸਿੰਗ ਦਾ। ਆਮ ਬੰਦੇ ਨੇ ਸੋਚਿਆ ਨਹੀਂ ਕਿ ਮੈਨੂੰ ਟਾਈਮ ਟੂ ਟਾਈਮ ਚੈੱਕ ਕਰਨਾ ਚਾਹੀਦਾ ਕਿ ਰੋਜ਼ ਝਾੜੂ ਮਾਰਿਆ ਕਿ ਨਹੀਂ ਮਾਰਿਆ। ਮਤਲਬ ਮਾਈਂਡ 'ਚ ਜੋ ਭਰਦਾ ਜਾ ਰਿਹਾ ਅਸੀਂ ਭਰਦੇ ਜਾ ਰਹੇ ਹਾਂ, ਜੋ ਕੁਝ ਇਕੱਠਾ ਨਹੀਂ ਹੋਣਾ ਚਾਹੀਦਾ ਸੀ ਇਕੱਠਾ ਹੋ ਗਿਆ। ਪਰ ਅਸੀਂ ਉਹਨੂੰ ਡੇਲੀ ਦੇ ਡੇਲੀ ਕਹੀਏ ਕਿ ਅੱਜ ਜਿਤਨਾ ਵੀ ਹੈ ਉਹਨੂੰ ਸੋਚਿਆ ਜਾਏ, ਦੇਖਿਆ ਜਾਏ ਕੀ ਹੋਇਆ, ਔਰ ਉਹਨੂੰ ਦਿਮਾਗ ਤੋਂ ਕੱਢਣ ਦਾ ਕੋਈ ਤਰੀਕਾ ਹੈ ਉਹ ਹੈ ਨਹੀਂ। ਸੋ ਕਲੀਨਸਿੰਗ ਸਿਸਟਮ ਮਿਸਿੰਗ ਹੈ। ਤੇ ਉਹਦਾ ਨਤੀਜਾ ਕੀ ਹੋਇਆ, ਵਰਲਡਲੀ ਹਿਊਮਨ ਦਾ ਜੋ ਰਿਐਲਿਟੀ ਚੈੱਕ ਜੋ ਗੁਰੂ ਗ੍ਰੰਥ ਸਾਹਿਬ ਤੋਂ ਸਾਨੂੰ ਮਿਲਿਆ ਉਹ ਹੈ, मीठे को कौड़ा कहे कड़ुए को मीठा, राते की निंदा करे ऐसा कल में डिठा। कि वो मिठियां चीज़ां जो कि बेसिकली जो परमात्मा नाल जुड़न दे जो आनंद सन उन्हां नूं कौड़ा कहंदा, अमृत छकण नूं कौड़ा कहंदा। राते की निंदा करे, और ਜਿਹੜੇ परमात्मा नाल जुड़े आ उन्हां दी निंदा करन तो भी नहीं डरदा, कहंदा तुसीं ते टाइम वेस्ट कर रहे हो। ਇਹ ਅੱਜ ਦਾ ਵਰਲਡਲੀ ਹਿਊਮਨ ਹੈ, ਔਰ ਉਹਦੇ ਨਾਲ ਜੋ ਵੀ ਉਹਨੂੰ ਦੇਖ ਰਹੇ ਆ ਉਹ ਉਸੀ ਨੂੰ ਕਾਪੀ ਕਰਨ ਦੀ ਕੋਸ਼ਿਸ਼ ਕਰਦੇ ਆ। ਸੋ ਇੱਕ ਬੜੀ ਵੱਡੀ ਮੈਜੋਰਿਟੀ ਹੈ ਵਰਲਡਲੀ ਹਿਊਮਨ ਦੀ ਜੋ ਨਾਮ ਨਾਲ ਟੁੱਟੀ। ਨਾਮ ਲੈਣਾ ਤੇ ਬਹੁਤ ਔਖਾ ਲੱਗੇਗਾ ਹੀ, ਕਿਉਂਕਿ ਉਹ ਤੇ ਜੋ ਪਰਮਾਤਮਾ ਨਾਲ ਰਚੇ ਆ ਉਹਨਾਂ ਦੀ ਨਿੰਦਾ ਕਰਨ ਤੋਂ ਨਹੀਂ ਡਰ ਰਹੇ, ਔਰ ਐਸੀ ਮੈਜੋਰਿਟੀ ਵੱਧਦੀ ਜਾ ਰਹੀ ਹੈ। ਤਾਂ ਉਹ ਬੜੀ ਆਬਵੀਅਸ ਜੀ ਗੱਲ ਹੈ ਕਿ ਨਾਮ ਲੈਣਾ ਤੇ ਖੈਰ ਉਹਨਾਂ ਲਈ ਬਹੁਤ ਹੀ ਔਖੀ ਜੀ ਗੱਲ ਲੱਗਦੀ ਹੈ। ਸੋ ਆਰ ਐਨਵਾਇਰਨਮੈਂਟ ਇਜ਼ ਅਪਬ੍ਰਿੰਗਿੰਗ ਜਿਹੜੀ ਹੈ ਨਾ ਉਹ ਸਾਨੂੰ ਜਿਸ ਤਰ੍ਹਾਂ ਦੇ ਇੰਜੋਇਮੈਂਟ ਦੇ ਵਿੱਚ ਪੁੱਲ ਕਰ ਰਹੀ ਹੈ, ਸਾਡੇ ਕੋਲ ਉਹਦੇ ਕਾਊਂਟਰ ਫੋਰਸ ਜਿਹੜੀ ਹੋਣੀ ਚਾਹੀਦੀ ਸੀ ਅਸੀਂ ਇਕੱਠੀ ਨਹੀਂ ਕੀਤੀ। ਅਸੀਂ ਕਿਤੇ ਨਾ ਕਿਤੇ ਆਪਣੇ ਅਸੂਲਾਂ ਤੋਂ ਡਿੱਗੇ ਜਾਂ ਆਪਣੇ ਜੋ ਜ਼ਿੰਮੇਵਾਰੀਆਂ ਤੋਂ ਉਹਨਾਂ ਤੋਂ ਡਿੱਗੇ, ਔਰ ਅਸੀਂ ਕਿਸੇ ਤਰ੍ਹਾਂ ਅਲਾਓ ਕੀਤਾ ਤਾਂ ਹੀ ਉਹ ਅੱਜ ਸਭ ਕੁਝ ਹੋ ਰਿਹਾ। ਐਂਡ ਅਸੀਂ ਉਸੇ ਤਰ੍ਹਾਂ ਕਹਿ ਸਕਦੇ ਹਾਂ ਕਿ
ਜੋ ਡਾਰਕ ਏਜ ਜਾਂ ਕਲਯੁਗ ਦੇ ਵਿਚਕਾਰ ਉਹਦੀ ਕਲਯੁਗਤਾ ਦੀ ਗਹਿਰਾਈ ਜਿਹੜੀ ਹੈ ਵੱਧਦੀ ਜਾ ਰਹੀ ਹੈ। ਅਸੀਂ ਫਰਦਰ ਰਿਐਲਿਟੀ ਚੈੱਕ ਦੇਖਦੇ ਹਾਂ, ਗੁਰੂ ਸਾਹਿਬਾਨ ਕੀ ਕਹਿੰਦੇ ਆ, ਕਹਿੰਦੇ ਬੁਰੇ ਕਾਮ ਕੋ ਊਠ ਖਲੋਇਆ, ਨਾਮ ਕੀ ਬੇਲਾ ਪੈ ਪੈ ਸੋਇਆ। ਅਗਰ ਇਹ ਮਾਨਸਿਕ ਅਵਸਥਾ ਹੈ ਕਿ ਕੋਈ ਮਾੜਾ ਕੰਮ ਹੋਏ ਉਹਦੇ ਲਈ ਅਸੀਂ ਮਿੰਟ ਨਹੀਂ ਲਾਉਂਦੇ, ਕਿਸੇ ਦਾ ਨੁਕਸਾਨ ਪਹੁੰਚਣਾ ਅਸੀਂ ਪਰਵਾਹ ਨਹੀਂ ਕਰਦੇ, ਮੇਰਾ ਫਾਇਦਾ ਹੋ ਰਿਹਾ ਉਹੀ ਬਹੁਤ ਹੈ। ਔਰ ਜਦੋਂ ਨਾਮ ਦੀ ਵੇਲਾ ਹੈ ਉਹ ਸਾਨੂੰ ਕਹਿੰਦੇ ਤੇ ਅੰਨਾ ਸਾਡਾ ਸੌਣ ਦਾ ਟਾਈਮ ਹੈ, ਆਰਾਮ ਕਰਨ ਦਾ ਟਾਈਮ ਹੈ, ਇਹੀ ਤੇ ਟਾਈਮ ਮਿਲਦਾ, ਉਹਦੇ 'ਚ ਵੀ ਅਸੀਂ ਬਸ ਰੱਬ ਨੂੰ ਯਾਦ ਕਰਦੇ ਰਹੀਏ ਜਾਂ ਉਹਦੇ ਨਾਲ ਜੁੜਨ ਦੀ ਕੋਸ਼ਿਸ਼ ਕਰੀਏ, ਉਹ ਕੁਐਸਚਨ ਉਠਾਉਂਦੇ ਆ। ਸੋ ਫਿਰ ਨੈਚੁਰਲੀ ਹੈ ਕਿ ਉਹ ਨਾਮ ਲੈਣਾ ਔਖਾ ਹੀ ਹੋਏਗਾ। ਸੋ ਹੋ ਕੀ ਰਿਹਾ ਹੈ ਕਿ ਜੋ ਬੁਰੇ ਕੰਮ ਜਾਂ ਹਲਕੇ ਕੰਮ ਹੁੰਦੇ ਆ ਉਹਨਾਂ ਦੀ ਗ੍ਰੈਵਿਟੇਸ਼ਨਲ ਪੁੱਲ ਹੁੰਦੀ ਹੈ। ਦੇਖੋ ਕੋਈ ਵੀ ਚੀਜ਼ ਅਸੀਂ ਛੋੜਦੇ ਹਾਂ ਥੱਲੇ ਡਿੱਗਣ 'ਚ ਉਹਨੂੰ ਕੋਈ ਐਫਰਟ ਨਹੀਂ ਲੱਗਦਾ, ਇਸੇ ਤਰ੍ਹਾਂ ਇਨਸਾਨ ਨੂੰ ਥੱਲਵੇਂ ਪਾਸੇ ਜਾਣ 'ਚ ਕੋਈ ਐਫਰਟ ਨਹੀਂ ਲੱਗਦਾ, ਉਹਦੇ 'ਚ ਉਹਨੂੰ ਆਨੰਦ ਲੱਗਦਾ, ਕਿਉਂਕਿ ਜਿਵੇਂ ਅਸੀਂ ਜੰਪ ਮਾਰਦੇ ਹਾਂ ਗ੍ਰੈਵਿਟੀ ਵੱਲ ਅਸੀਂ ਖਿੱਚਦੇ ਹਾਂ ਤੇ ਸਾਨੂੰ ਇੱਕ ਅੱਛੀ ਫੀਲਿੰਗ ਆਉਂਦੀ ਹੈ ਝੂਲੇ ਤੋਂ ਥੱਲੇ ਜਾ ਰਹੇ, ਜਾਂ ਸਾਨੂੰ ਕਿਤੇ ਪਹਾੜ ਚੜ੍ਹਨਾ ਪਏ ਤੇ ਔਖਾ ਲੱਗਦਾ। ਸੋ ਉਸੇ ਤਰ੍ਹਾਂ ਇਹਨਾਂ ਚੀਜ਼ਾਂ ਦੀ ਜੋ ਗ੍ਰੈਵਿਟੇਸ਼ਨਲ ਪੁੱਲ ਹੈ ਉਹਦੀ ਅਸੀਂ ਕਾਊਂਟਰ ਫੋਰਸ ਨਹੀਂ ਲਗਾਈ ਕਿ ਅਸੀਂ ਥੱਲੇ ਤੇ ਨਹੀਂ ਡਿੱਗ ਰਹੇ। ਸੋ ਗ੍ਰੈਵਿਟੇਸ਼ਨਲ ਫੋਰਸ ਹੈ, ਲੋਕ ਅਟਰੈਕਟ ਹੋ ਰਹੇ ਨੇ, ਔਰ ਨਾਮ ਦੀ ਗੱਲ ਤੇ ਕਿੱਥੇ ਆਣੀ ਹੈ। ਫਿਰ ਫਰਦਰ ਅਸੀਂ ਕਹੀਏ ਤੇ ਹੁਣ ਹੁੰਦਾ ਕੀ, ਇਹਦਾ ਰਿਜ਼ਲਟ ਸਿਰਫ ਇਹੀ ਹੁੰਦਾ, ਆਖਾਂ ਜੀਵਾਂ ਵਿਸਰੇ ਮਰ ਜਾਉ, ਆਖਣ ਔਖਾ ਸਾਚਾ ਨਾ। ਤਾਂ ਰਿਜ਼ਲਟ ਸਾਹਮਣੇ ਆ ਗਿਆ। ਹੁਣ ਗੁਰੂ ਸਾਹਿਬ ਤੇ ਕਹਿੰਦੇ ਆ ਕਿ ਅਸੀਂ ਤਾਂ ਤੱਕ ਹੀ ਜਿੰਦਾ ਆਪਣੇ ਆਪ ਨੂੰ ਮੰਨੀਏ, ਉਹਨਾਂ ਮੋਮੈਂਟਸ ਨੂੰ ਹੀ ਲਾਈਫ ਦੇ ਮੋਮੈਂਟ ਕਾਊਂਟ ਕਰੀਏ ਜਿਨ੍ਹਾਂ 'ਚ ਰੱਬ ਦਾ ਨਾਂ ਲੈ ਰਹੇ ਹਾਂ। ਜਿਨ੍ਹਾਂ ਮੋਮੈਂਟਸ ਅਸੀਂ ਕਾਊਂਟ ਨਹੀਂ ਕੀਤਾ ਉਹਨੂੰ ਲਾਈਫ ਹੀ ਨਾ ਗਿਣੋ, ਸਿਰਫ ਉਹਨਾਂ ਨੂੰ ਬੋਲੋ ਕਿ ਮੈਂ ਧਰਤੀ ਦੇ ਉੱਤੇ 80 ਸਾਲ 70 ਸਾਲ ਸੀ, ਪਰ ਮੈਂ ਐਕਚੁਅਲ ਦੇ ਵਿੱਚ ਉੱਤੇ ਸਿਰਫ 2 ਹੀ ਸਾਲ ਸੀ, ਤੇ ਉਹ 2 ਸਾਲ ਜਦੋਂ ਮੈਂ ਕਨੈਕਟਡ ਸੀ, ਜਾਂ 2 ਮਹੀਨੇ ਸੀ, ਜਾਂ 10 ਮਿੰਟ ਸੀ। ਪਰ ਉਹ ਨਾਮ ਲੈਣਾ ਵੀ ਔਖਾ ਹੈ, ਉਹ ਇੱਕ ਸੱਚਾਈ ਨੂੰ ਗੁਰੂ ਸਾਹਿਬ ਨੇ ਖੁਦ ਹੀ ਕਹਿ ਦਿੱਤਾ ਕਿ ਔਖਾ ਰਹੇਗਾ। ਸੋ ਇਹ ਤੇ ਇੱਕ ਜੋ ਰਿਐਲਿਟੀ ਹੈ ਉਹ ਇਹ ਹੈ ਕਿ ਜਦੋਂ ਅਸੀਂ ਬਹੁਤ ਦੂਰ ਕਿਸੇ ਚੀਜ਼ 'ਚ ਚਲੇ ਜਾਈਏ ਫਿਰ ਉੱਥੋਂ ਨਾ ਵਾਪਸ ਆਉਣਾ ਸਾਨੂੰ ਬੜਾ ਔਖਾ ਲੱਗਦਾ। ਸੋ ਅਸੀਂ ਜ਼ਿੰਦਗੀ ਤੋਂ ਬਚਪਨ ਤੋਂ ਲੈ ਕੇ ਹੁਣ ਤੱਕ ਅਗਰ ਕੋਈ ਨਾ ਕੋਈ ਗਲਤ ਰਸਤੇ ਪਕੜੇ, ਉਹਨਾਂ ਤੋਂ ਮੁੜ ਕੇ ਆਉਣਾ, ਅਸੀਂ ਮੰਨ ਲਓ ਕਿਸੇ ਇੱਕ ਸ਼ਹਿਰ ਤੋਂ ਦੂਸਰੇ ਸ਼ਹਿਰ 'ਚ ਜਾਣਾ ਔਰ ਅਸੀਂ ਉਲਟੇ ਚੱਲ ਪਈਏ ਔਰ ਚਲਦੇ ਚਲਦੇ ਅਸੀਂ ਦੂਸਰੇ ਸ਼ਹਿਰ ਦੇ ਨੇੜੇ ਪਹੁੰਚ ਜਾਈਏ ਜਿਸ ਪਾਸੇ ਨਹੀਂ ਸੀ ਜਾਣਾ। ਹੁਣ ਸਾਨੂੰ ਕਹੇ ਤੁਸੀਂ ਗਲਤ ਆ ਗਏ, ਉੱਧਰ ਜਾਓ, ਸਾਨੂੰ ਔਖਾ ਲੱਗੇਗਾ ਹੀ। ਔਖਾ ਲੱਗਣ ਦਾ ਵੀ ਇੱਕ ਰੀਜ਼ਨ ਹੈ ਕਿਉਂਕਿ ਵੀ ਹੈਵ ਵਾਕਡ ਟੂ ਮਚ ਇਨ ਦਾ ਡਾਇਰੈਕਸ਼ਨ ਵੇਅਰ ਵੀ ਵਰ ਨਾਟ ਸਪੋਜ਼ਡ ਟੂ ਗੋ। ਤੇ ਅਸੀਂ ਜਿਤਨਾ ਗਏ ਹਾਂ ਉਹ ਹਰ ਇਨਸਾਨ ਦੀ ਆਪਣੀ ਅਵਸਥਾ ਹੈ। ਜੇ ਕੋਈ 2 ਕਿਲੋਮੀਟਰ ਗਲਤ ਚਲਾ ਗਿਆ ਤੇ ਉਹਨੂੰ 2 ਕਿਲੋਮੀਟਰ ਵਾਪਸ ਆਉਣ ਦਾ ਐਫਰਟ ਹੈ। ਜੇ 20 ਕਿਲੋਮੀਟਰ ਗਿਆ ਤੇ ਉਹਨੂੰ 20 ਕਿਲੋਮੀਟਰ, ਉਹਨੂੰ ਕਿਤੇ ਤੇ ਉਹ ਸਭ ਛੋੜਨਾ ਪਏਗਾ। ਉਹ ਉਤਨਾ ਹੀ ਛੋੜਨਾ ਡਿਫਿਕਲਟ ਹੁੰਦਾ ਕਿਉਂਕਿ ਉਤਨਾ ਕੁਝ ਉਹ ਟਰੈਵਲ ਕਰਕੇ ਉਹਨੂੰ ਭੋਗ ਚੁੱਕਿਆ, ਉਹਨੂੰ ਇੰਜੋਏ ਕਰ ਚੁੱਕਾ, ਜੀਵਨ ਦਾ ਰਸ ਮਾਣ ਚੁੱਕਾ, ਜੋ ਵੀ ਟੈਂਪਰੇਰੀ ਰਸ ਸੀ, ਉਤਨਾ ਹੀ ਵਾਪਸ ਆਉਣਾ ਉਹਦੇ ਲਈ ਡਿਫਿਕਲਟ ਹੁੰਦਾ। ਤੇ ਹੁਣ ਅਸੀਂ ਇਹ ਦੇਖਦੇ ਹਾਂ ਡਿਵੋਟਿਡ ਹਿਊਮਨ ਦੀ ਕੀ ਸਟੋਰੀ ਹੈ। ਇਹ ਤੇ ਸੀ ਵਰਲਡਲੀ ਹਿਊਮਨ ਦੀ। ਡਿਵੋਟਿਡ ਹਿਊਮਨ 'ਚ ਸਾਡੇ ਕੋਲ ਇੱਕ ਸਾਖੀ ਆਉਂਦੀ ਹੈ ਬਾਬਾ ਸ਼ੇਖ ਫਰੀਦ ਜੀ ਦੀ, ਜਿੱਥੇ ਉਹਨਾਂ ਦੇ ਮਾਤਾ ਜੀ ਉਹ ਕਹਿੰਦੇ ਸੀ ਨਮਾਜ਼ ਪੜ੍ਹੋ ਤੇ ਤੁਹਾਨੂੰ ਮਿੱਠਾ ਖਾਣ ਨੂੰ ਮਿਲੇਗਾ, ਕੋਲ ਰੱਖ ਦਿੰਦੇ ਸੀ। ਔਰ ਇੱਕ ਦਿਨ ਉਹ ਨਹੀਂ ਰੱਖ ਪਾਏ ਤੇ ਬਾਬਾ ਸ਼ੇਖ ਫਰੀਦ ਜੀ ਦੀ ਜਦੋਂ ਅੱਖ ਖੋਲੀ ਤੇ ਦੇਖਿਆ ਨਹੀਂ ਸੀ, ਤੇ ਮਾਤਾ ਜੀ ਨੂੰ ਵੀ ਫਿਕਰ ਹੋਇਆ ਕਿ ਅੱਜ ਤੇ ਮੈਂ ਰੱਖਿਆ ਨਹੀਂ ਤੇ ਅੱਜ ਤੇ ਪਤਾ ਲੱਗ ਜਾਏਗਾ ਇਹ ਪਰਮਾਤਮਾ ਨਹੀਂ ਦਿੰਦਾ ਹੈ ਤੇ ਮਾਂ ਦਿੰਦੀ ਹੈ। ਪਹਿਲਾਂ ਕਹਿੰਦੇ ਸੀ ਕਿ ਇਹ ਪਰਮਾਤਮਾ ਦਿੰਦਾ ਮਿੱਠਾ, ਤੇ ਅੱਜ ਤੇ ਮੇਰੀ ਚੋਰੀ ਪਕੜੀ ਜਾਏਗੀ। ਤੇ ਜਦੋਂ ਆਏ ਤੇ ਫਿਰ ਸ਼ੇਖ ਫਰੀਦ ਜੀ ਨੇ ਜੋ ਸ਼ਲੋਕ ਪੜ੍ਹਿਆ ਉਹ ਵੀ ਬਹੁਤ ਸਾਨੂੰ ਸਭ ਨੂੰ ਅੱਛੀ ਤਰ੍ਹਾਂ ਯਾਦ ਹੋਣਾ ਹੈ ਕਿ ਫਰੀਦਾ ਸ਼ੱਕਰ ਖੰਡ ਨਿਵਾਤ ਗੁੜ, ਮਾਖਿਓ ਮਾਝਾ ਦੁੱਧ, ਸਭੇ ਵਸਤੂ ਮਿੱਠੀਆਂ ਪ੍ਰਭ ਨਾ ਪੁੱਜਨ ਤੁਧ। ਤੇ ਜਿੱਥੇ ਅਸੀਂ ਦੁਨੀਆ ਦੀ ਮਿਠਾਸ ਲੱਭ ਰਹੇ ਸੀ, ਉੱਥੇ ਅਗਰ ਬਚਪਨ ਦੇ ਵਿਚਕਾਰ ਬੱਚੇ ਨੂੰ ਉਹ ਮਿਠਾਸ ਪਰਮਾਤਮਾ ਦੇ ਨਾਂ ਦੀ ਅਸੀਂ ਦੇਣ ਦੀ ਕੋਸ਼ਿਸ਼ ਕਰੀਏ ਤੇ ਫਿਰ ਉਹਦਾ ਕੁਝ ਰੰਗ ਹੀ ਵੱਖਰਾ ਹੁੰਦਾ। ਮੈਂ ਇਸੇ ਕਰਕੇ ਮਨਦੀਪ ਭੈਣ ਜੀ ਨੂੰ ਬੜਾ ਧੰਨਵਾਦ ਦਿੰਦਾ ਕਿ ਨਾਲ ਬੱਚੇ ਵੀ ਬੈਠਦੇ ਆ, ਬੜੀ ਖੁਸ਼ੀ ਹੁੰਦੀ ਹੈ ਦੇਖ ਕੇ ਕਿ ਬੜੇ ਠੀਕ ਏਜ ਤੇ ਬੜੇ ਠੀਕ ਸਮੇਂ ਤੇ ਬੱਚਿਆਂ ਨੂੰ ਠੀਕ ਰਾਹ ਤੇ ਪਾ ਰਹੇ ਹਨ। ਔਰ ਉਹ ਜਦੋਂ ਉਸ ਅਵਸਥਾ ਵਿੱਚ ਉਸ ਪਰਮਾਤਮਾ ਦੇ ਰੰਗ ਦੀ ਮਿਠਾਸ ਮਿਲ ਜਾਂਦੀ ਹੈ, ਫਿਰ ਉਹਨਾਂ ਲਈ ਆਖਣ ਔਖਾ ਸਾਚਾ ਨਾ ਹੋਣ ਦੀ ਅਵਸਥਾ ਨਹੀਂ ਹੁੰਦੀ। ਡਿਵੋਟਿਡ ਹਿਊਮਨ ਦਾ ਇੱਕ ਹੋਰ ਰਿਐਲਿਟੀ ਚੈੱਕ ਕਰੇ ਤੇ ਅਸੀਂ ਹੁਣੇ ਸ਼ਲੋਕ ਡਿਸਕਸ ਕੀਤਾ, ਫਰੀਦਾ ਸ਼ੱਕਰ ਖੰਡ ਨਿਵਾਤ ਗੁੜ, ਮਾਖਿਓ ਮਾਝਾ ਦੁੱਧ, ਸਭੇ ਵਸਤੂ ਮਿੱਠੀਆਂ ਰੱਬ ਨ ਪੁੱਜਨ ਤੁਧ। ਕਿ ਉਹ ਮਾਰਗ ਬੜਾ ਖੂਬਸੂਰਤ ਮਾਰਗ ਦਿਖਦਾ ਹੈ। ਉਹ ਮਾਰਗ ਜਦੋਂ ਵੀ ਉਹ ਪਰਮਾਤਮਾ ਨੂੰ ਯਾਦ ਕਰਦੇ ਨੇ, ਦੁਨੀਆ ਦੀ ਹਰ ਪ੍ਰੋਬਲਮ ਨੂੰ ਉਹ ਸੋਲਵ ਕਰਨ ਨੂੰ ਕਿਸ ਤਰ੍ਹਾਂ ਕਰਨਾ ਹੈ, ਲਾਈਫ ਨੂੰ ਕਿਵੇਂ ਲੈਣਾ ਉਹ ਸਮਝਦੇ ਨੇ।
ਔਰ ਉਹਦੇ ਜਿੰਨਾ ਹਲਕਾਪਨ ਹੁੰਦਾ, ਜੋ ਆਨੰਦ ਹੁੰਦਾ, ਉਹ ਉਹੀ ਲੈ ਸਕਦਾ ਜਿਨਨੇ ਪਰਮਾਤਮਾ ਦੇ ਨਾਲ ਜੁੜੇ ਹੋਏ ਹਨ। ਹੁਣ ਜੋ ਐਕਚੁਅਲ 'ਚ ਇੱਕ ਅਸੀਂ ਐਗਜ਼ਾਮਪਲ ਦੇ ਥਰੂ ਦੇਖਣ ਦੀ ਕੋਸ਼ਿਸ਼ ਕੀਤੀ ਕਿ ਇਹ ਔਖਾ ਵੀ ਕਿਉਂ ਲੱਗਦਾ ਹੈ। ਉਹਦਾ ਇੱਕ ਤਰ੍ਹਾਂ ਦੀ ਇੱਕ ਐਗਜ਼ਾਮਪਲ ਹੈ ਕਿ ਮੰਨ ਲਓ ਇਨਸਾਨ ਨੂੰ ਪਾਣੀ ਪੀਣ ਲਈ ਆਪਣਾ ਖੂਹ ਆਪ ਪੁੱਟਣਾ ਹੋਏ, ਮੰਨ ਲਓ, ਔਰ ਇਹ ਰੂਲ ਹੈ ਕਿ ਜੇ ਤੁਸੀਂ ਖੂਹ ਪੁੱਟੋਗੇ ਤਾਂ ਹੀ ਤੁਸੀਂ ਪਾਣੀ ਪੀ ਸਕਦੇ ਹੋ। ਤੇ ਜਿਹੜਾ ਖੂਹ ਜਦੋਂ ਪੁੱਟਣਾ ਸ਼ੁਰੂ ਕਰਦੇ ਹਾਂ ਅਸੀਂ ਤਾਂ ਦੇਖਦੇ ਹਾਂ ਕਿ ਪਹਿਲੇ ਮਿੱਟੀ ਨਿਕਲੀ, ਫਿਰ ਕੂੜਾ ਕਚਰਾ, ਬੜਾ ਕੁਝ, ਕਿਤੇ ਵੱਡੇ ਪੱਥਰ ਆ ਗਏ, ਕਦੀ ਕੁਛ ਆ ਗਏ। ਇਹ ਖੂਹ ਪੁੱਟਣਾ ਉਸੇ ਤਰ੍ਹਾਂ ਜਿਸ ਤਰ੍ਹਾਂ ਕਿ ਅਸੀਂ ਜੋ ਆਪਣੇ ਦਿਮਾਗ ਦੇ ਵਿੱਚ ਆਪਣੇ ਜੀਵਨ ਕਾਲ ਦੇ ਵਿਚਕਾਰ ਜੋ ਕੂੜਾ ਕਚਰਾ ਪਾਇਆ ਸੀ ਉਹਨੂੰ ਚੁੱਕ ਕੇ ਬਾਹਰ ਸੁੱਟਣਾ, ਔਰ ਉਸ ਕੂੜੇ ਕਚਰੇ ਨੂੰ ਬਾਹਰ ਸੁੱਟਣਾ ਬਹੁਤ ਔਖਾ ਕੰਮ ਹੈ। ਉਹ ਵੱਡੇ ਵੱਡੇ ਪੱਥਰਾਂ ਦੀ ਤਰ੍ਹਾਂ ਸਾਹਮਣੇ ਆਉਂਦਾ ਜੋ ਚੁੱਕੇ ਨਹੀਂ ਜਾਂਦੇ। ਔਰ ਅਗਰ ਅਸੀਂ ਜਦੋਂ ਆਹਿਸਤਾ ਆਹਿਸਤਾ ਉਹਦੇ ਨਜ਼ਦੀਕ ਪਹੁੰਚਦੇ ਹਾਂ ਔਰ ਫਿਰ ਸਾਨੂੰ ਥੋੜ੍ਹੀ ਥੋੜ੍ਹੀ ਮਿੱਟੀ ਗਿੱਲੀ ਹੁੰਦੀ ਜਾਂਦੀ ਹੈ, ਫਿਰ ਲੱਗਦਾ ਹੈ ਤੇ ਮਿੱਟੀ ਕੱਢਣਾ ਆਸਾਨ ਹੋ ਗਿਆ। ਫਿਰ ਕਰਦੇ ਕਰਦੇ ਅਖੀਰ ਦੇ ਵਿਚਕਾਰ ਸਾਨੂੰ ਖੂਹ ਦੀ ਗਹਿਰਾਈ ਵਿੱਚ ਪਾਣੀ ਮਿਲ ਜਾਂਦਾ ਇੱਕ ਅੰਮ੍ਰਿਤ ਦੇ ਤੌਰ ਤੇ। ਫਿਰ ਉਹ ਸਾਰਾ ਭੁੱਲ ਜਾਂਦਾ ਜੋ ਪਿਛਲਾ ਕੀਤਾ ਸੀ। ਪਰ ਇਹ ਯਾਦ ਰਵੇ ਕਿ ਇਹ ਜੋ ਫਿਨੋਮੀਨਾ ਸੀ, ਆਖਣ ਔਖਾ ਸਾਚਾ ਨਾ ਹੁੰਦਾ, ਇਹ ਹਰ ਇੱਕ ਦੇ ਲਈ ਵੱਖਰਾ ਹੈ। ਕਿਸੇ ਦੇ ਲਈ ਪਾਣੀ ਤੇ ਵਾਟਰ ਟੇਬਲ 3 ਫੁੱਟ ਤੇ ਹੈ, ਕਿਸੇ ਲਈ 10 ਫੁੱਟ ਤੇ, ਕਿਸੇ 200 ਫੁੱਟ ਤੇ। ਉਹ ਤੇ ਅਸੀਂ ਕਿਤਨਾ ਕੁਛ ਉੱਤੇ ਉਹਦੇ ਕੂੜਾ ਪਾ ਚੁੱਕੇ ਹਾਂ, ਉਸ ਕੂੜੇ ਨੂੰ ਕੱਢਣ ਦੀ ਕੀ ਤਕਨੀਕ ਹੈ। ਜਾਂ ਅਸੀਂ ਭੁੱਲਾਂ ਬਖਸ਼ਵਾ ਲਈਏ, ਪਰਮਾਤਮਾ ਨੂੰ ਕਹਿ ਦਈਏ ਪਰਮਾਤਮਾ ਇਤਨਾ ਕੁਛ ਅਸੀਂ ਕਰ ਚੁੱਕੇ ਹਾਂ ਕਿ ਹੁਣ ਸਾਡੇ ਕੋਲ ਤੇ ਕੋਈ ਹੋਰ ਜ਼ਰੀਆ ਨਹੀਂ ਕਿ ਜੇ ਤੁਸੀਂ ਸਾਨੂੰ ਬਖਸ਼ ਲਓ ਤੇ ਬਖਸ਼ ਲਓ, ਅਸੀਂ ਤਿਆਰ ਹਾਂ, ਹੁਣ ਨਹੀਂ ਦੇਖਣਾ ਉਸ ਪਾਸੇ। ਜਾਂ ਤੇ ਸਾਡੇ ਕੋਲ 2 ਹੀ ਤਰੀਕੇ ਹਨ, ਜਾਂ ਤੇ ਅਸੀਂ ਸਟੈਪ ਬਾਈ ਸਟੈਪ ਪਿੱਛੇ ਚੱਲੀਏ ਜਾਂ ਫਿਰ ਕੁਝ ਭੁੱਲਾਂ ਨੂੰ ਵੀ ਬਖਸ਼ਵਾਈਏ। ਵੈਸੇ ਤੇ ਭੁੱਲਾਂ ਹੀ ਬਖਸ਼ਵਾਉਣੀਆਂ ਚਾਹੀਦੀਆਂ, ਔਰ ਕੂੜਾ ਨਿਕਲੇ ਔਰ ਅੰਮ੍ਰਿਤ ਸਾਡੇ ਸਾਹਮਣੇ ਹੋਏ ਤਾਂ ਹੀ ਇਹ ਪੋਸੀਬਲ ਹੈ। ਇੱਥੇ ਆਖਣ ਔਖਾ ਸਾਚਾ ਨਾਮ ਨਹੀਂ ਹੈ, ਕਿਉਂਕਿ ਨਾਮ ਸਾਹਮਣੇ ਹੈ, ਨਾਮ ਦਾ ਅੰਮ੍ਰਿਤ ਸਾਹਮਣੇ ਪਿਆ, ਉਹ ਕਿਸੇ ਵੇਲੇ ਵੀ ਜਿਹੜੇ ਜੁੜ ਚੁੱਕੇ ਆ ਉਹ ਪੀ ਲੈਂਦੇ ਆ। ਸੋ ਅਸੀਂ ਇੱਕ ਤਰ੍ਹਾਂ ਦਾ ਐਕਸਪਲੇਨੇਸ਼ਨ ਸੀ ਕਿ ਪਰਮਾਤਮਾ ਨੂੰ ਯਾਦ ਕਰਨਾ ਔਖਾ ਕਿਉਂ ਹੁੰਦਾ ਹੈ। ਇਹ ਸਟੋਰੀ ਵਰਲਡੀ ਹਿਊਮਨ ਦੀ ਔਰ ਡਿਵੋਟਿਡ ਹਿਊਮਨ ਦੀ ਬਿਲਕੁਲ ਵੱਖਰੀ ਹੈ, ਔਰ ਸਭ ਦੀਆਂ ਸਟੇਜਸ ਵੀ ਵੱਖਰੀਆਂ ਹਨ। ਕਿਸੇ ਲਈ ਔਖਾ ਹੈ, ਕਿਸੇ ਲਈ ਔਖਾ ਨਹੀਂ ਵੀ ਹੈ। ਔਰ ਇਹ ਇੱਕ ਵਿਚਾਰ ਸੀ, ਵਿਚਾਰ ਨਾਲ ਹੋ ਸਕਦਾ ਸਾਰੇ ਸਹਿਮਤ ਨਾ ਹੋਣ, ਪਰ ਜੋ ਸਾਨੂੰ ਬਾਣੀ ਦੇ ਆਧਾਰ ਤੇ ਸਾਨੂੰ ਮਿਲਿਆ, ਇੱਕ ਸੇਧ ਮਿਲੀ ਹੈ, ਉਹਨੂੰ ਅਸੀਂ ਪ੍ਰਗਟ ਕਰਨ ਦੀ ਕੋਸ਼ਿਸ਼ ਕੀਤੀ ਹੈ। ਇੱਕ ਕੁਐਸਚਨ ਸਾਨੂੰ ਆਇਆ ਸੀ, ਕੈਨ ਐਨਲਾਈਟਨਮੈਂਟ ਹੈਪਨ ਐਟ ਐਨ ਅਰਲੀ ਏਜ, ਕਿ ਛੋਟੀ ਉਮਰ ਦੇ ਵਿੱਚ ਹੀ ਸਾਨੂੰ ਗਿਆਨ ਪ੍ਰਾਪਤ ਹੋ ਸਕਦਾ ਹੈ। ਔਰ ਸਾਡੇ ਕੋਲ ਤੇ ਐਗਜ਼ਾਮਪਲਸ ਹੈ। ਅਸੀਂ ਪਹਿਲੇ ਬਾਣੀ ਤੋਂ ਆਧਾਰ ਤੇ ਹੀ ਚੱਲਦੇ ਹਾਂ। ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਤੇ ਅਸੀਂ ਜੋ ਪਿੱਛੇ ਗੱਲ ਕਰ ਰਹੇ ਸੀ, ਆਖਣ ਔਖਾ ਸਾਚਾ ਨਾਮ, ਕਿ ਅਗਰ ਛੋਟੀ ਅਵਸਥਾ ਤੋਂ, ਅਗਰ ਅਰਲੀ ਸਟੇਜ ਤੋਂ ਹੀ ਉਹ ਸਟਾਰਟ ਹੋ ਜਾਏ, ਫਿਰ ਸਾਰੀ ਜ਼ਿੰਦਗੀ ਵੀ ਸੌਖੀ ਹੋ ਸਕਦੀ ਹੈ। ਤੇ ਉਹ ਐਗਜ਼ਾਮਪਲ ਵੀ ਗੁਰੂ ਸਾਹਿਬ ਦਿੰਦੇ, ਜਿਵੇਂ ਧਰੂ ਔਰ ਪ੍ਰਹਿਲਾਦ ਨੇ ਪਰਮਾਤਮਾ ਦਾ ਨਾਮ ਜਪਿਆ। ਇਹਨਾਂ ਦੀ ਅਵਸਥਾ ਵੀ ਕਰੀਬ 5 ਸਾਲ ਦੇ ਆਸ-ਪਾਸ ਜਾਂ ਬਹੁਤ ਬਾਲ ਅਵਸਥਾ ਸੀ, ਮੈਨੂੰ ਐਗਜ਼ੈਕਟ ਏਜ ਦਾ ਆਈਡੀਆ ਨਹੀਂ। ਪਰ ਜਿਸ ਤਰ੍ਹਾਂ ਇਹਨਾਂ ਨੇ ਨਾਮ ਜਪਿਆ, ਉਸੇ ਤਰ੍ਹਾਂ ਨਾਮ ਜਪੋ। ਦੈਟ ਮੀਨਸ ਇੰਨੇ ਭੋਲੇ ਹੋ ਜਾਓ, ਇੰਨੇ ਸਿੰਪਲ ਹੋ ਜਾਓ ਜਿਤਨਾ ਇੱਕ ਬੱਚਾ ਹੁੰਦਾ ਹੈ, ਔਰ ਪਰਮਾਤਮਾ ਨੂੰ ਮੰਨ ਲੈਂਦਾ ਹੈ। ਔਰ ਮੰਨ ਕੇ ਪੂਰੀ ਤਰ੍ਹਾਂ ਅਗਰ ਉਹ ਡਿਵੋਟਿਡ ਹੋ ਜਾਏ, ਉਹਦੇ ਲਈ ਬਹੁਤ ਆਸਾਨ ਹੈ, ਕਿਉਂਕਿ ਉਹਦਾ ਬਿਲੀਫ ਸਿਸਟਮ ਬਹੁਤ ਸਟਰੋਂਗ ਹੁੰਦਾ ਹੈ। ਜਿਸ ਵੀ ਚੀਜ਼ ਵੱਲ ਲਗਾ ਦਿਓ, ਕਹਿੰਦੇ ਉਸੇ ਤਰ੍ਹਾਂ ਬਾਲਕ ਦੀ ਤਰ੍ਹਾਂ ਹੋ ਜਾਓ। ਔਰ ਇਹ ਸੋਚੋ, ਪਰਮਾਤਮਾ ਜਦੋਂ ਅਸੀਂ ਭੁੱਲਾਂ ਬਖਸ਼ਵਾਉਣ ਦੀ ਵੀ ਗੱਲ ਕਰੇ ਸੀ, ਅਸੀਂ ਐਸੇ ਨਾਦਾਨ ਬੱਚੇ ਹਾਂ, ਪਤਾ ਨਹੀਂ ਕਿੰਨੀਆਂ ਗਲਤੀਆਂ ਹੋਈਆਂ ਹੋਣੀਆਂ, ਤੇ ਸਾਨੂੰ ਪਰਮਾਤਮਾ ਬਖਸ਼ੋ ਤੇ ਅੱਗੇ ਦਾ ਰਾਹ ਠੀਕ ਦੱਸੋ। ਸੋ ਧਰੂ ਪ੍ਰਹਿਲਾਦ ਜਪਿਓ ਹਰ ਜੈਸੇ, ਅਸੀਂ ਉਸ ਅਵਸਥਾ 'ਚ ਜਾ ਕੇ ਹੀ ਅਗਰ ਆਪਣਾ ਨਾਮ ਜਪਣ ਦੀ ਕੋਸ਼ਿਸ਼ ਕਰਾਂਗੇ, ਕੋਈ ਚਲਾਕੀਆਂ ਨਹੀਂ ਹੈ, ਕੋਈ ਮੇਰੀ ਮੰਗ ਨਹੀਂ ਹੈ ਕਿ ਮੈਂ ਨਾਮ ਜਪਣ ਤੋਂ ਬਾਅਦ ਮੈਨੂੰ ਇਹ ਮਿਲੇਗਾ, ਨਾਮ ਜਪਣ ਤੋਂ ਬਾਅਦ ਮੇਰੇ ਸਾਰੇ ਕਸ਼ਟ ਦੂਰ ਹੀ ਹੋ ਜਾਣਗੇ, ਜਾਂ ਅਸੀਂ ਪਹਿਲਾਂ ਹੀ ਲਿਸਟ ਬਣਾ ਕੇ ਬੈਠੇ ਹੋਈਏ, ਫਿਰ ਉਹ ਗੱਲ ਬਣਨੀ ਨਹੀਂ ਹੈ। ਸੋ ਬੇਸਿਕਲੀ irrespective of age, when one is engaged in full devotion and selfless service, one can attain enlightenment. ਸੋ ਗੁਰਬਾਣੀ ਦੇ ਆਧਾਰ ਤੇ ਬੜਾ ਛੋਟਾ ਜਿਹਾ ਜਵਾਬ ਸੀ ਦਾ ਕਿ ਗੁਰਬਾਣੀ ਨੇ ਤੇ ਕਿਹਾ ਕਿ ਜੋ ਵੀ ਅਵਸਥਾ ਹੈ, ਛੋਟੀ ਤੋਂ ਛੋਟੀ ਅਵਸਥਾ ਵੀ ਹੈ, ਉਸ ਦੇ ਵਿੱਚ ਵੀ ਐਨਲਾਈਟਨਮੈਂਟ ਹੋ ਸਕਦੀ ਹੈ। ਔਰ ਅਗਰ ਅਸੀਂ ਦੇਖੀਏ, ਸਾਡੇ ਕੋਲ ਐਗਜ਼ਾਮਪਲ ਹੈ ਜਿੱਥੇ ਗੁਰੂ ਹਰਕ੍ਰਿਸ਼ਨ ਮਹਾਰਾਜ ਜੀ ਹੈ, ਉਹ ਵੀ 7 ਸਾਲ ਦੀ ਅਵਸਥਾ ਦੇ ਵਿਚਕਾਰ
मतलब वो सब कुछ कर रहे हैं और एकदम पूरे गुरु रूप ਦੇ ਵਿਚਕਾਰ ਉਹਨਾਂ ਨੇ ਆਪਣੀਆਂ ਜ਼ਿੰਮੇਵਾਰੀਆਂ ਨਿਭਾਈਆਂ ਪੂਰੀ ਤਰ੍ਹਾਂ ਗੁਰੂ ਨਾਨਕ ਸਾਹਿਬ ਦੀ ਜੋਤ ਉਹਨਾਂ ਦੇ ਵਿਚਕਾਰ ਹੈ ਔਰ ਬਹੁਤ ਵੱਡੀ ਬਖਸ਼ਿਸ਼ ਹੈ ਇਸ ਕਰਕੇ ਇਸ ਕੁਐਸਚਨ ਦਾ ਆਨਸਰ ਸਾਨੂੰ ਇੱਥੇ ਵੀ ਮਿਲ ਜਾਂਦਾ ਹੈ ਸਾਨੂੰ ਅਗਰ ਅਸੀਂ ਫਰਦੇ ਦੇਖੀਏ ਤੇ ਛੋਟੇ ਸਾਹਿਬਜ਼ਾਦੇ हैं वो जो वजीर खान ਨੂੰ ਫੇਸ ਕਰ ਪਾ ਰਹੇ हैं ਅਸੀਂ ਲੱਖ ਸੋਚ ਲਈਏ ਇਹ ਪੋਸੀਬਲ ਹੀ ਨਹੀਂ ਹੈ ਕਿਸੇ ਵੀ ਬੱਚੇ ਨੂੰ 7 ਸਾਲ 9 ਸਾਲ ਦੀ ਉਮਰ ਦੇ ਉਹਨੂੰ ਮੌਤ ਦਾ ਡਰ ਦਿੱਤਾ ਜਾਏ ਉਹਨੂੰ ਤਸੀਹੇ ਦਿੱਤੇ ਜਾਣ ਔਰ ਫਿਰ ਵੀ ਉਹ ਨਿਡਰ ਹੋ ਕੇ ਕਹੇ ਕਿ ਤੁਸੀਂ ਕੀ ਲੋਗੇ ਜਾਨ ਲੈ ਲੋਗੇ ਨਾ ਉਹਦੀ ਸਾਨੂੰ ਪਰਵਾਹ ਨਹੀਂ ਹੈ ਔਰ ਇੱਕ ਤਰ੍ਹਾਂ ਦੀਆਂ ਜੋ ਐਗਜ਼ਾਮਪਲ ਸਾਡੇ ਇੱਕ ਪੂਰੀ ਤਰ੍ਹਾਂ ਨਾਲ ਐਨਲਾਈਟਨਡ ਬੱਚੇ हैं ਇਹ ਪੂਰੀ ਤਰ੍ਹਾਂ परमात्मा ਦੀ ਗੋਦ ਦੇ ਵਿੱਚ ਬੈਠੇ ਹੋਏ ਬੱਚੇ हैं तो ये आंसर खैर मैंने इस करके नहीं क्योंकि इतने तो वैसे भी बहुत एनलाइटेड संगत है पर एक सी क्योंकि सीक्वेंस दे विच है तो असीं इनू कवर कर लिया एनलाइटनमेंट एक्चुअली इज द फाइनल आंसर है एनलाइटनमेंट इज एन एज नो बार कॉन्सैप्ट जिन्होंने कहते हैं कि आत्मज्ञान एक उम्र मुक्त संकल्प है इहदा कोई एज नाल लेना देना नहीं है और ਅਸੀਂ ਇਹ ਵੀ ਸਮਝ ਸਕਦੇ ਹਾਂ ਕਿ ਕਈ ਵਾਰ ਬੱਚਾ ਅਗਰ ਮਾਂ ਦੀ ਗੋਦ 'ਚ ਜਾਂ ਕਿੱਥੇ ਲੇਟੇ ਹੋਏ ਮੁਸਕਰਾ ਰਿਹਾ ਅਸੀਂ ਨਹੀਂ ਜਾਣਦੇ ਹੋ ਸਕਦਾ ਉਹ ਇੱਕ ਐਨਲਾਈਟਨਡ ਸੋਲ ਹੋਏ ਕਿਹੜੀਆਂ ਚੀਜ਼ਾਂ ਉਹਨੂੰ ਖੁਸ਼ ਕਰ ਰਹੀਆਂ ਕਿੱਥੋਂ ਉਹਨੂੰ ਆਨੰਦ ਮਿਲ ਰਿਹਾ ਅਸੀਂ ਨਹੀਂ ਸਮਝਦੇ ਸੋ ਇੱਕ ਏਜ ਨੋ ਬਾਰ ਕਨਸੈਪਟ ਹੈ ਕਿਸੇ ਵੀ ਉਮਰ ਦੇ ਵਿੱਚ ਪਰਮਾਤਮਾ ਦੇ ਨਾਲ ਜੁੜਿਆ ਜਾ ਸਕਦਾ ਉਹਦਾ ਆਨੰਦ ਲਿਆ ਜਾ ਸਕਦਾ ਫਿਰ ਇੱਕ ਕੁਐਸਚਨ ਆਇਆ ਸੀ ਕਿ ਲੋਕ ਧਾਰਮਿਕ ਹੋਣ ਦਾ ਲਾਭ ਕਿਉਂ ਨਹੀਂ ਉਠਾ ਰਹੇ ਜਦੋਂ ਇਤਨੇ ਫਾਇਦੇ ਹਨ ਜਿੱਥੇ ਅਸੀਂ ਦੇਖਦੇ ਹਾਂ ਸਿਰਫ ਤੇ ਸਿਰਫ ਫਾਇਦੇ ਹੀ ਹਨ ਜਿੱਥੇ ਸਿਰਫ ਅਸੀਂ ਦੇਖਦੇ ਹਾਂ ਕਿ ਪਰਮਾਤਮਾ ਨਾਲ ਜੁੜਨ ਦਾ ਕੋਈ ਇੱਕ ਵੀ ਨੁਕਸਾਨ ਨਹੀਂ ਹੈ ਬਲਕਿ ਜਿਤਨੇ ਨੁਕਸਾਨ ਦੁਨਿਆਵੀ ਸਾਡੇ ਹੋ ਰਹੇ ਹਨ ਉਹਨਾਂ ਦਾ ਵੀ ਸਾਡੇ ਕੋਲ ਸੋਲੂਸ਼ਨ ਹੈ इतना सब कुछ अगर सोझी होए समझ होए फिर भी इंसान क्यों लाभ नहीं उठा रहे सो एक ਜਦੋਂ ਇਹ ਕੁਐਸਚਨ ਆਇਆ ਸੀ ਦੇਖਣ ਦੀ ਕੋਸ਼ਿਸ਼ ਕੀਤੀ ਕਿ ਈਵਨ ਗੁਰਦੁਆਰੇ ਲੋਕ ਕਿਉਂ ਜਾਂਦੇ ਹਨ ਕਿਹੜੀਆਂ ਸਟੇजेस ਹਨ ਕੀ ਉਹਨਾਂ ਦੀ ਮਨਸ਼ਾ ਹੈ ਔਰ ਅਸੀਂ ਥੋੜਾ ਜਿਹਾ ਐਨਾਲਾਈਜ਼ ਕਰਨ ਦੀ ਕੋਸ਼ਿਸ਼ ਕੀਤੀ ਇੱਕ ਤੇ ਸਿਚੁਏਸ਼ਨ ਹੈ ਕਿ no one is even talking about the mission of life ਅਸੀਂ ਇਕੱਠੇ 100 ਕੁ ਸ਼ਖਸ ਸਾਡੇ ਸਾਹਮਣੇ ਸੀ ਉਹਨਾਂ ਨੂੰ ਅਸੀਂ ਸਵਾਲ ਕੀਤਾ ਕਿ ਤੁਸੀਂ ਦੱਸ ਸਕਦੇ ਹੋ ਕਿ ਗੁਰੂ ਨਾਨਕ ਨੇ ਪੂਰੀ ਮਨੁੱਖਤਾ ਦੇ ਲਈ ਕੀ ਮਿਸ਼ਨ ਰੱਖਿਆ ਹੈ ਸਾਨੂੰ ਬੜੇ ਅੱਛੇ ਜਵਾਬ ਮਿਲੇ ਪਰ ਉਹ ਐਗਜ਼ੈਕਟ ਆਨਸਰ ਨਹੀਂ ਸੀ ਜ਼ਿਆਦਾਤਰ ਦਾ ਬਹੁਤ ਕਲੋਜ਼ ਦਿੱਤੇ ਕਈਆਂ ਨੇ ਕਿਹਾ ਨਾਮ ਜਪੋ ਕਿਰਤ ਕਰੋ ਵੰਡ ਚੱਕੋ ਮਿਸ਼ਨ ਸੀ ਕਿਸੇ ਨੇ ਕੁਝ ਕਿਹਾ ਪਰ ਸਾਨੂੰ ਇੱਕ ਡਾਇਰੈਕਟ ਜਵਾਬ ਇਹ ਨਹੀਂ ਮਿਲਿਆ ਕਿ ਗੁਰੂ ਨਾਨਕ ਸਾਹਿਬ ਦਾ ਮਿਸ਼ਨ ਸੀ ਕਿਵ ਸਚਿਆਰਾ ਹੋਈ ਹੈ ਜੋ ਪਹਿਲੀ ਪੌੜੀ 'ਚ ਆ ਜਾਂਦਾ ਕਿ ਮੈਂ ਟਰੁੱਥ ਕਿਵੇਂ ਹੋ ਜਾਵਾਂ ਮੈਂ ਸੱਚ ਕਿਵੇਂ ਹੋ ਜਾਵਾਂ ਮੈਂ ਪਰਮਾਤਮਾ ਕਿਵੇਂ ਹੋ ਜਾਵਾਂ ਹਾਊ ਡੂ ਆਈ ਬਿਕਮ ਟਰੁੱਥ ਤੇ ਅਸੀਂ ਪਰਮਾਤਮਾ ਨੂੰ ਹੀ ਕਿਹਾ ਸੋ ਉਤਨਾ ਸਟ੍ਰੇਟ ਆਨਸਰ ਸਾਨੂੰ ਕਿੱਥੋਂ ਨਹੀਂ ਮਿਲਿਆ ਦੈਟ ਮੀਨਸ ਅਸੀਂ ਜੀਵਨ ਦੇ ਮਿਸ਼ਨ ਨੂੰ ਵੀ ਪੂਰੀ ਗਹਿਰਾਈ 'ਚ ਨਹੀਂ ਸਮਝਿਆ ਪੂਰੀ ਦੀ ਪੂਰੀ ਬਾਣੀ ਅਸੀਂ ਹਾਊ ਡੂ ਆਈ ਬਿਕਮ ਟਰੁੱਥ ਦੇ ਅਰਾਊਂਡ ਹੀ ਰਿਵੋਲਵ ਹੋ ਰਹੀ ਹੈ ਔਰ ਪੂਰੀ ਹਿਊਮੈਨਿਟੀ ਲਈ ਮੈਸੇਜ ਹੈ ਕਿਵ ਸਚਿਆਰਾ ਹੋਈ ਹੈ कि सच्चारा हुई है सिर्फ 3 वर्ड्स हैं कि कूड़े टुट्टे पाल ते अगे क्वेश्चन है कि परमात्मा और साडे दे विचकार एक झूठ दी दीवार है ये दीवार गिरदी है ते असीं देखदे हां कि परमात्मा ही है सो पूरी दीवार एक पूरा एफर्ट है गुरु ग्रंथ साहब और फिर भी लोग ना ते मिशन समझदे ना मिशन दी डायरेक्शन च जाना चाहते हैं ऐसा की कारण हो सकता है सो पीपल आर एक्चुअली लूजिंग फेथ इन द फेथ एक सच्चाई ਨੂੰ ਅਸੀਂ ਮੰਨ ਲਈ ਔਰ ਅਸੀਂ ਕਿਉਂ ਇਸ ਪੁਆਇੰਟ ਨੂੰ ਰਿਵਰਸ ਡਾਇਰੈਕਸ਼ਨ ਤੋਂ ਆਏ ਹਾਂ ਕਿਉਂਕਿ ਇਨਸਾਨ ਜਿਹੜਾ ਨਾ ਆਪਣੇ ਅਸੀਂ ਸੰਗਤ ਦੀ ਇੱਥੇ ਬੈਠੇ ਹਾਂ ਸੰਗਤ ਦੀ ਗੱਲ ਕਰਦੇ ਹਾਂ ਆਪਣੇ এনवायरमेंट ਤੋਂ ਬਹੁਤ ਪ੍ਰਭਾਵਿਤ ਹੁੰਦਾ ਹੈ ਆਪਣੇ ਚੀਜ਼ਾਂ ਜੋ ਅਸੀਂ ਦੇਖਦੇ ਹਾਂ ਜਾਣੇ ਅਣਜਾਣੇ ਚ ਅਸੀਂ ਸਭ ਕੁਝ ਉੱਥੋਂ ਹੀ ਸਿੱਖਦੇ ਹਾਂ ਸਾਨੂੰ ਪਤਾ ਵੀ ਨਹੀਂ ਚੱਲਦਾ ਔਰ ਬੱਚੇ ਨੇ ਉਹ ਆਪਣੇ ਘਰ ਦੇ এনवायरमेंट ਚੋਂ ਮਾਪਿਓ ਤੋਂ ਇਤਨੀਆਂ ਚੀਜ਼ਾਂ ਸਿੱਖ ਲੈਂਦੇ ਬਾਹਰ ਜਾਂਦੇ ਉਹਨਾਂ ਦੇ ਬਾਰੇ ਜੋ ਵਿਚਾਰ ਮਾਪਿਓ ਤੋਂ ਸੁਣੇ ਉਹਨੇ ਬਾਰੇ ਗੱਲ ਕਰਦੇ ਆ ਲੜਦੇ ਆ ਝਗੜਦੇ ਆ ਜੋ ਵੀ ਕਰਦੇ ਆ ਔਰ ਕਦੀ ਫਰੈਂਡਸ ਕੋਲੋਂ ਸਿੱਖਦੇ ਆ ਕਦੀ ਕਿਤੋਂ ਸਭ এনवायरमेंट ਤੋਂ ਹੀ ਪਿਕ ਕਰ ਰਹੇ ਹੁੰਦੇ ਉਹ এনवायरमेंट ਜੇ ਅਸੀਂ ਅੱਜ ਕਹੀਏ ਕਿ ਜੇ ਬਾਹਰ ਦਾ এনवायरमेंट ਪੋਲਿਊਟਡ ਹੈ ਤੇ ਸਾਡੇ ਲੰਗਸ ਨੂੰ ਇਫੈਕਟ ਕਰਦਾ ਉਸੇ ਤਰ੍ਹਾਂ ਜੋ ਸੋਚ ਦਾ এনवायरमेंट ਉਹ ਇਤਨਾ ਬਦਲ ਚੁੱਕਾ ਹੈ ਜੋ ਅਸੀਂ এনवायरमेंट ਦੇ ਰਹੇ ਹਾਂ ਆਉਣ ਵਾਲੀਆਂ ਜਨਰੇਸ਼ਨ ਨੂੰ ਇਸ ਕਰਕੇ ਲੋਕ ਫੇਥ ਤੋਂ ਵੀ ਟੁੱਟ ਰਹੇ ਹਨ ਔਰ ਫੇਥ ਆਪਸ ਦੇ ਵਿੱਚ ਲੜ ਰਹੇ ਹਨ ਲੜ ਤੇ ਖੈਰ ਹਮੇਸ਼ਾ ਤੋਂ ਹੀ ਰਹੇ ਹਨ ਜਨਰੇਸ਼ਨਸ ਤੋਂ ਹੀ ਹੁਣ ਗੁਰਦੁਆਰੇ ਲੋਕ ਕਿਉਂ ਜਾਂਦੇ ਨੇ ਜਾਂ ਰਿਲੀਜੀਅਸ ਪ੍ਰੈਕਟਿਸਿਸ ਵਿੱਚ ਕਿਉਂ ਇਨਵੋਲਵ ਹੁੰਦੇ ਨੇ ਕੁਝ ਦੀ ਤੇ ਇਲ ਇੰਟੈਂਟ ਹੁੰਦੀ ਹੈ
ਕਿ ਅਸੀਂ ਇੱਥੋਂ ਹੁਣ ਕੁਝ ਕਮਾਣਾ ਹੈ, ਕੁਛ ਨਾ ਕੁਛ ਸਾਡੇ ਕੋਲ ਇੱਕ ਜ਼ਰੀਆ ਮਿਲ ਗਿਆ ਇੱਥੋਂ ਹੀ। ਔਰ ਅਗਰ ਅਸੀਂ ਬਹੁਤ ਧਿਆਨ ਨਾਲ ਦੇਖੀਏ, ਬਹੁਤ ਜ਼ਿਆਦਾ ਅਗਰ ਗਹਿਰਾਈ ਜਾ ਕੇ ਦੇਖੀਏ, ਕਿਤਨੀ ਦੁਨੀਆ ਜਿਹੜੀ ਹੈ ਰਿਲੀਜੀਅਸ ਹੈ, ਕਿਤਨੀ ਪਰਮਾਤਮਾ ਨਾਲ ਜੁੜੀ ਹੈ, ਔਰ ਕਿਤਨੀ ਬਾਕੀ ਦੀ ਸਿਰਫ ਉਹਦੇ ਅਡੰਬਰ ਵਿੱਚ ਖੇਡ ਰਹੀ ਹੈ। ਬੜੀਆਂ ਸ਼ੌਕਿੰਗ ਫਿਗਰ ਸਾਹਮਣੇ ਆਉਣਗੀਆਂ, ਬਹੁਤ ਜ਼ਿਆਦਾ, ਕਿ ਜਿਹਨੂੰ ਮਾਰਗ ਕਿਹਾ ਸੀ, ਧਰਮ ਦਾ ਮਾਰਗ, ਕਿਸੇ ਵੀ ਧਰਮ ਦਾ, ਸਿੱਖ ਧਰਮ, ਹਿੰਦੂ ਧਰਮ, ਜੈਨ ਧਰਮ, ਬੌਧ, ਕੋਈ ਵੀ ਧਰਮ ਹੋਏ, ਉਸ ਧਰਮ ਤੇ ਉਸ ਧਰਮ ਨੂੰ ਮੰਨਣ ਵਾਲੇ ਕਿਤਨੇ ਲੋग हैं जो अपने धर्म ਨੂੰ ਸਮਝਦੇ ਔਰ ਮੰਨਦੇ हैं, ਔਰ ਕਿਤਨੇ ਲੋग हैं जो ਉਸ ਦੇ ਸਿਰਫ ਅਡੰਬਰ ਦੇ ਵਿਚਕਾਰ ਆਏ ਹੋਏ ਨੇ। ਉਹਦੇ ਕਈ ਰੀਜ਼ਨਸ ਹੋ ਸਕਦੇ ਹਨ, ਅਸੀਂ ਇੱਕ ਕਰਕੇ ਥੋੜਾ ਐਨਾਲਾਈਜ਼ ਵੀ ਕੀਤਾ। ਕੁਝ ਆਊਟ ਆਫ ਫੀਅਰ ਜਾਂਦੇ ਆ, ਇਹ ਪਰਮਾਤਮਾ ਨਾਲ ਜੁੜਨਾ ਨਾ ਹੋਇਆ, ਕੁਝ ਤੇ ਡਰੇ ਹੁੰਦੇ ਯਾਰ, ਮੰਨ ਲਓ ਪਤਾ ਨਹੀਂ ਕੱਲ ਪਰਮਾਤਮਾ ਨੂੰ ਕਹਿੰਦੇ ਨੇ ਮੂੰਹ ਦਿਖਾਣਾ ਹੁੰਦਾ, ਤੇ ਇੰਨਾ ਕੁ ਤੇ ਹਿਸਾਬ ਰੱਖ ਲਓ ਵੀ ਮੈਂ ਗੁਰਦੁਆਰੇ ਜਾਂਦਾ ਹੁੰਦਾ ਸੀ, ਕੁਝ ਡਰ ਦੇ ਮਾਰੇ ਜਾਂਦੇ। ਕੁਝ ਜਾਂਦੇ ਟੂ ਸ਼ੋ ਦੈਟ ਦੇ ਆਰ ਰਿਲੀਜੀਅਸ ਮਾਈਂਡਡ, ਕਈਆਂ ਨੂੰ ਸਿਰਫ ਤੇ ਸਿਰਫ ਦਿਖਾਵਾ ਹੈ ਕਿ ਦੇਖੋ ਮੈਂ ਤੇ ਧਾਰਮਿਕ ਬੰਦਾ, ਮੈਂ ਤੇ ਰੋਜ਼ ਪਾਠ ਕਰਦਾ, ਰੋਜ਼ ਗੁਰਦੁਆਰੇ ਜਾਂਦਾ। ਬਾਕੀ ਪਾਠ ਦਾ ਮੀਨਿੰਗ ਆਂਦਾ ਨਹੀਂ ਆਂਦਾ, ਉਸ ਤੇ ਅਸੀਂ ਚੱਲੇ ਆ ਨਹੀਂ ਚੱਲੇ, ਉਹ ਸਾਡੇ ਵਰਗੇ ਬਹੁਤ ਸਾਰੇ ਮੇਰੇ ਵਰਗੇ ਬੰਦੇ ਆ ਜਿਹੜੇ ਕਿ ਸ਼ੋ ਆਫ ਦੇ ਵਿੱਚ ਵੀ ਰਿਲੀਜੀਅਸ ਮਾਈਂਡਡ ਹੈ ਨੇ। ਕੁਝ ਜਾਂਦੇ ਨੇ ਕੋਈ ਡਿਮਾਂਡਸ ਲੈ ਕੇ, ਲਿਸਟ ਹੈ ਜੀ ਪਰਮਾਤਮਾ ਇਹ ਪੂਰੇ ਕਰ ਦਿਓ, ਸਾਡਾ ਰਿਸ਼ਤਾ ਬਣਿਆ ਰਹੇਗਾ, ਤੁਸੀਂ ਨਹੀਂ ਪੂਰੀ ਕਰੋਗੇ ਫਿਰ ਚਲੋ ਦੇਖ ਲਾਂਗੇ ਜਦ ਤੱਕ ਹਿਸਾਬ ਚੱਲਦਾ ਹੈ। ਸੋ ਸਿਰਫ ਤੇ ਸਿਰਫ ਇੱਕ ਡਿਮਾਂਡ ਹੈ, ਇੱਕ ਲਿਸਟ ਹੈ, ਉਹਦੇ ਨਾਲ ਪਰਮਾਤਮਾ ਦੇ ਨਾਲ ਜੁੜਨ ਦੀ ਜਾਂ ਆਪਣੇ ਆਪਣੇ ਧਰਮ ਦੇ ਨਾਲ ਜੁੜਨ ਦੀ ਕੋਸ਼ਿਸ਼ ਕਰਦੇ ਆ। ਇਹ ਹਰ ਧਰਮ ਦੀ ਕਹਾਣੀ ਹੈ। ਔਰ ਕੁਝ ਜਾਂਦੇ ਨੇ ਆਪਣੇ ਸੋਸ਼ਲ ਨੀਡਸ ਲਈ, ਉੱਥੇ ਜਾਂਦੇ ਆ ਤੇ ਆਪਣੇ ਜੋ ਜਾਣਕਾਰ ਹੈ, ਯਾਰ ਮਿੱਤਰ ਹੈ, ਸਭ ਮਿਲਦੇ ਆ, ਥੋੜੀ ਗੱਲਾਂ ਕਰਦੇ ਆ, ਮਨ ਹਲਕਾ ਹੁੰਦਾ ਹੈ, ਜਾਣਦੇ ਆ ਦੁਨੀਆ 'ਚ ਕੀ ਹੋ ਰਿਹਾ। ਇੱਕ ਤਰ੍ਹਾਂ ਦੀ ਇਨਸਾਨ ਦੀ ਸੋਸ਼ਲ ਨੀਡ ਹੈ, ਸਾਡਾ ਇੱਕ ਫਰੈਂਡ ਸਰਕਲ ਵੀ ਬਣ ਜਾਂਦਾ ਹੈ ਜੋ ਵੀ ਹੈ। ਸੋ ਦੇਰ ਆਰ ਡਿਫਰੈਂਟ ਰੀਜ਼ਨਸ ਵਾਈ ਪੀਪਲ ਆਰ ਰਿਲੀਜੀਅਸ। ਫਿਰ ਅੱਗੇ ਜਾਂਦੇ ਨੇ ਕੁਝ ਲੋਕ ਨੇ ਜਿਹੜੇ ਪਰਮਾਤਮਾ ਨੂੰ ਧੰਨਵਾਦ ਦੇਣ ਵੀ ਜਾਂਦੇ। ਉਹ ਧੰਨਵਾਦ ਦੇਣ ਜਾਂਦੇ हैं क्योंकि वो सोचते हैं जो परमात्मा ने ਦਿੱਤਾ है वो बख्शिश है, तो चलो ਅਸੀਂ परमात्मा ਨੂੰ ਧੰਨਵਾਦ ਦਈਏ। ਉਹ ਥੋੜੇ ਰਿਲੀਜੀਅਸ ਨੇ, ਦਿਲ ਤੋਂ, ਬੜੇ ਦਿਲ ਤੋਂ ਧੰਨਵਾਦ ਦਿੰਦੇ ਆ, ਐਸਾ ਨਹੀਂ ਹੈ ਨੇ ਐਸੇ ਬਥੇਰੇ ਲੋਕ। ਕੁਝ ਜਾਂਦੇ ਨੇ ਉੱਥੋਂ ਦੀ ਸੇਵਾ ਕਰਨ ਔਰ ਉੱਥੋਂ ਦੀ ਸਪਿਰਿਚੁਅਲ ਵਿਜ਼ਡਮ ਇਕੱਠੀ ਕਰਨ ਜਾਂਦੇ ਕਿ ਜਾਵਾਂਗੇ, ਕੁਝ ਸੁਣਾਂਗੇ, ਕੁਝ ਗਿਆਨ ਵਧੇਗਾ, ਉਸ ਗਿਆਨ ਨੂੰ ਜੀਵਨ 'ਚ ਕਿਤਨਾ ਉਤਾਰ ਸਕਦੇ ਹਾਂ, ਜੋ ਵੀ ਹੈ, ਕੁਝ ਸਪਿਰਿਚੁਅਲ ਵਿਜ਼ਡਮ ਹੈ, ਕੀਰਤਨ ਸੁਣਾਂਗੇ, ਕਥਾ ਸੁਣਾਂਗੇ, ਥੋੜਾ ਪ੍ਰਭਾਵ ਪਏਗਾ। ਸੋ ਉਹ ਪ੍ਰਭਾਵ ਨੂੰ ਨਾਲ ਲੈ ਕੇ ਆਉਣਾ ਚਾਹੁੰਦੇ, ਕੋਸ਼ਿਸ਼ ਵੀ ਕਰਦੇ ਆ, ਮਤਲਬ ਸੀਰੀਅਸਲੀ ਕੋਸ਼ਿਸ਼ ਕਰਦੇ ਹੈ ਐਸੇ ਵੀ ਸ਼ਖਸ। ਔਰ ਕੁਝ ਜਿਹੜੇ ਨੇ ਉਹ ਲਾਈਫ ਦੇ ਮਿਸ਼ਨ ਨੂੰ ਅੰਡਰਸਟੈਂਡ ਕਰਦੇ ਨੇ ਔਰ ਗੁਰੂ ਸਾਹਿਬਾਨ ਤੇ ਪੂਰੀ ਤਰ੍ਹਾਂ ਭਰੋਸਾ ਕਰਕੇ 100% ਗੁਰੂ ਸਾਹਿਬਾਨ ਨੂੰ ਹੀ ਫੋਲੋ ਕਰਨਾ ਚਾਹੁੰਦੇ ਹੈ, ਤਾਂ ਕਿ ਮਿਸ਼ਨ ਦੀ ਡਾਇਰੈਕਸ਼ਨ ਵਿੱਚ ਹੀ ਹਮੇਸ਼ਾ ਚੱਲੀਏ। ਕਿੱਥੇ ਮੌਕਾ ਲੱਗੇ ਤੇ ਕਦੀ ਚੱਲ ਪਏ, ਕਦੀ ਨਹੀਂ ਚੱਲ ਪਏ, ਜਦੋਂ ਦਿਲ ਕੀਤਾ ਚੱਲ ਪਏ ਉਸ ਡਾਇਰੈਕਸ਼ਨ 'ਚ। थोड़ा जा वी आर कटिंग कॉर्नर्स, कभी लेफ्ट हो गए, कभी राइट, फिर आगे ट्रैक पे, ऐसे नहीं है। उन्होंने निश्चय है कि मैनू जाना है। हुणे जितनियां भी कैटेगरीज बनाईयां वो बेसिकली इंसान परमात्मा दे नाल क्यों नहीं जुड़दा। असी जो टॉपिक लिया सी कि की रीजन है इन्ने फायदे हुंदे, वो फायदा तो सिर्फ लास्ट वाली कैटेगरी नू नजर आ रहा, इस तो इलावा तो किसी नू पूरा फायदा नहीं नजर आ रहा। ਅਸੀਂ ਚਾਹੇ ਜੋ ਮਰਜ਼ੀ ਕਹਿ ਲਈਏ, 80% ਹੋਏਗਾ, 60% ਹੋਏਗਾ, 50% ਹੋਏਗਾ, ਪੂਰੀ ਤਰ੍ਹਾਂ ਨਾਲ ਕਹੇ ਕਿ ਫਾਇਦਾ ਹੈ, ਉਤਨੇ ਦ੍ਰਿੜ ਨਿਸ਼ਚੇ ਨਾਲ ਕਹਿ ਸਕੇ ਕਿ ਹਾਂ ਇਹੀ ਮੇਰਾ ਜੀਵਨ ਦਾ ਲਾਹਾ ਹੈ, ਮੈਂ ਪੂਰੀ ਤਰ੍ਹਾਂ ਖੱਟ ਰਿਹਾ। ਉਹ ਸਿਰਫ ਜੋ ਲਾਸਟ ਟੂ ਅੰਡਰਸਟੈਂਡ ਦ ਲਾਈਫਸ ਮਿਸ਼ਨ ਐਂਡ ਗੋ ਇਨ ਦੈਟ ਡਾਇਰੈਕਸ਼ਨ ਅੰਡਰ ਦ ਗੁਰੂਜ਼ ਗਾਈਡੈਂਸ, ਉਹੀ ਹੈ। ਪਰ ਉਹ ਤੇ ਫਿਰ ਪਰਸੈਂਟੇਜ ਸਾਡੇ ਕੋਲ ਕਿੰਨੀ ਆਈ। ਸੋ ਸਾਡੇ ਕੋਲ 3 ਕੈਟੇਗਰੀਜ਼ ਬਣ ਗਈਆਂ। ਇੱਕ ਤੇ ਵਾਸਟ ਮੈਜੋਰਿਟੀ ਹੈ, ਉਸ ਤੋਂ ਬਾਅਦ ਵਾਸਟ ਮੈਜੋਰਿਟੀ ਹੈ ਜਿਹੜੇ ਸੋਸ਼ਲ ਨੀਡਸ ਤੇ ਜਾ ਕੇ ਰੁਕ ਗਏ, ਬਹੁਤ ਵੱਡੀ ਮੈਜੋਰਿਟੀ ਹੈ। ਹਰ ਧਰਮ 'ਚ ਵੱਖਰੇ ਹੈ, ਸਿੱਖ ਧਰਮ ਸ਼ਾਇਦ ਥੋੜੀ ਬੈਟਰ ਸਿਚੁਏਸ਼ਨ ਹੋਏ, ਔਰ ਵੈਸੇ ਕ੍ਰਿਸਚੀਅਨਿਟੀ ਵੀ ਕਲੇਮ ਕਰਦੀ ਹੈ, ਉਹਨਾਂ ਦੇ ਵੀ ਕਾਫੀ ਅੱਛੇ ਰਿਜ਼ਲਟ ਹੈ, ਸਿਚੁਏਸ਼ਨ ਅੱਛੀ ਹੈ, ਇਸਲਾਮ ਵੀ ਕਰਦੇ हैं। ਅਸੀਂ ਐਗਜ਼ੈਕਟਲੀ ਨਹੀਂ ਜਾਣਦੇ, पर ज़्यादा लोग वास्ट मेजोरिटी है वो पहले 5 स्टेजिस ही रुक जाती है। जावांगे, लंगर छकांगे, गलबात करांगे, थोड़ा कीर्तन भी सुनांगे और टाइम पास होएगा, कह देंगे गुरुद्वारे भी गए सी, थोड़ा अटैचमेंट आसी तो रिलीजियस माइंडेड हाँ, उस तो उत्ते दा इंटरेस्ट नहीं है।
जो थैंक्स कहण जाते हैं, स्पिरिचुअल विजडम लैन जाते हैं, वो भी हैं। वैसे मतलब असी कोई रिसर्च विच इतना डीप जाण दी एक बार सोचा, पर गए नहीं कि असी लोगों को पूछिए तुसी क्यों जाते हो, टिक करो। फिर असी सोचा ये थोड़ा ठीक नहीं होएगा, क्योंकि ज़रूरी नहीं कि वो टिक करन। जो असी क्वेश्चन पूछ रहे हैं कि किस रीजन पिछे कौन जा रहा है, और साडी अपनी अवस्था इन्नी लो है, साडा हक भी नहीं बनता पुछण दा होरां नूं भी तुसी क्यों जांदे हो धार्मिक स्थान ते। और जेड़े लास्ट पॉइंट ते नैगलीजिबल हैं, जेड़े कि मिशन नूं समझते हैं और पूरी तरह गुरु दे दसे मार्ग ते ही चलते हैं, चाहे कुछ भी हो जाए। सो मच सो कि अज दी डेट विच अगर तुसी WhatsApp दे ग्रुप देख लवो, जिस तरह दियां पॉलिटिक्स गुरुद्वारे दियां डिस्कस होंदियां वो देख लवो, जो कुछ मतलब एक्सपैक्टेड है और जो हो रहा हुंदा है, किन्हां दे हत्थां विच है सब, वो सब देख लीए। जो उत्थे जाण वाले हैं उन्हां दा इंटरस्ट उन्हां चीज़ां च क्यों आ रहा है इतना ज़्यादा, वो देख लीए। बहुत कॉम्प्लीकेटेड हो चुकी है चीज़। सो इस करके इंसान इतना लाहा लै तां सकेगा जदों उन्होंने अपने सामने कई लोग लाहा लैंदे हुए दिखणगे। वो स्टेज ते साडी निकल गई, सानू जिहड़े लाहा लैण वाले बंदे हैं उत्ते नज़र ही नहीं आ रहे, ਉਹਦੇ ਵਿਰਲੇ ਵਿਰਲੇ ਆਪਣੇ ਚ ਮਸਤ ਹੈ ਉੱਤੇ। ਤੇ ਫਿਰ ਇਨਸਾਨ ਕਿਉਂ ਨਹੀਂ ਟੁੱਟੇਗਾ? ਉਹਨੇ ਆਪਣੇ এনवायरमेंट ਤੋਂ ਹੀ ਸਿੱਖਣਾ ਸੀ। ਫਿਰ ਬੱਚਾ ਇਹ ਕਹਿੰਦਾ ਤੁਸੀਂ ਗੁਰਦੁਆਰੇ ਜਾ ਕੇ ਵੀ ਕੀ ਕਰ ਲਿਆ, ਲੰਗਰ ਹੀ ਤੇ ਛਕ ਕੇ ਆ ਗਏ, ਮੇਰੇ ਤੁਹਾਡੇ ਚ ਕੀ ਫਰਕ ਹੈ? ਉਹ ਬੱਚਾ ਠੀਕ ਹੈ, ਉਹ ਬੱਚਾ ਸਮਝ ਰਿਹਾ, ਉਹ ਬੱਚਾ ਚੈਲੰਜ ਕਰਦਾ ਤੇ ਉਹ ਆਪਣੀ ਜਗ੍ਹਾ ਤੇ ਸੱਚ ਹੀ ਬੋਲ ਰਿਹਾ ਹੈ। ਕਿਉਂਕਿ ਅਸੀਂ ਉਸ ਤੋਂ ਅੱਗੇ ਅਗਰ ਨਹੀਂ ਗਏ ਤੇ ਉਹਦਾ ਚੈਲੰਜ ਕਰਨਾ ਵੀ ਠੀਕ ਹੈ। So if we want to be spiritually awakened and want our next generations to be serious about the religious matters, we also have to ensure कि असी इन्हां stages तो बाहर आके थोड़ा जिहा अगली stages विच भी enter करिए, जिथे असी कहिए असी परमात्मा कोलों मंगण नहीं जा रहे या धन्नवाद देण जा रहे हैं, गुरु कोलों कुछ सीखण जा रहे हैं, असी उस ते चल सकीए, और बख्शिश लैण जा रहे हैं, ताकि एक माहौल थोड़ा साडा ठीक होए। और फॉर्चुनेटली टीम ਦੇ ਵਿਚਕਾਰ ਤੇ ਐਸੇ ਬਹੁਤ ਸਾਰੇ ਨੇ, ਜਦੋਂ ਅਸੀਂ ਡਿਸਕਸ਼ਨ ਹੁੰਦੀ ਹੈ ਪਤਾ ਲੱਗਦਾ ਜੋ ਬੜੀਆਂ ਉੱਚੀਆਂ ਅਵਸਥਾਵਾਂ 'ਚ ਨੇ, ਪਰ ਇੱਕ ਬਾਹਰ ਦਾ ਜੋ ਮਾਹੌਲ ਹੈ ਉਹ ਸ਼ਾਇਦ ਇੰਨਾ ਅੱਛਾ ਨਹੀਂ ਹੈ। ਔਰ ਸਾਨੂੰ ਇਹੀ ਰੀਜ਼ਨ ਸੀ ਜਿਹੜੇ ਅਸੀਂ ਪਤਾ ਲਗਾਇਆ ਕਿ ਜੇ ਆਰਟੀਫਿਸ਼ੀਅਲ ਲਿੰਕ ਡਿਸਕਰੇਜਸ ਅਦਰਸ ਟੂ ਐਸੋਸੀਏਟ ਵਿਦ ਰਿਲੀਜਨ, ਜਿੱਥੇ 80-90% ਬੰਦਾ ਆਰਟੀਫਿਸ਼ੀਅਲੀ ਜੁੜੇਗਾ ਤੇ ਬਾਕੀਆਂ ਨੂੰ ਕਿਉਂ ਲੱਗੇਗਾ ਕਿ ਮੈਨੂੰ ਧਰਮ ਦੇ ਮਾਰਗ ਤੇ ਜਾਣ ਦੀ ਲੋੜ ਹੈ। ਉਹ ਕਹੇਗਾ ਟਾਈਮ ਬਚਾਓ, ਕੁਝ ਹੋਰ ਕਰੋ, ਚਲੋ ਪੈਸਾ ਹੀ ਕਮਾ ਲਓ, ਇਹਨਾਂ ਨੇ ਤੇ ਕੀ ਕਰਨਾ ਹੈ, ਤੇ ਸਿਰਫ ਜੋ ਗੱਲਾਂ ਕਰਦੇ ਨੇ ਘਰ ਆ ਕੇ ਗੁਰਦੁਆਰੇ ਦੀਆਂ ਜਾਂ ਰਿਲੀਜੀਅਸ ਪਲੇਸਿਸ ਦੀਆਂ, ਉੱਥੋਂ ਤੇ ਕੁਝ ਖੱਟਣਾ ਨਹੀਂ ਹੈ। ਤਾਂ ਆਈ ਥਿੰਕ ਜੋ ਮਿਸਟੇਕ ਹੋਈ ਹੈ ਉਹ ਸਾਡੇ ਕੋਲੋਂ ਹੀ ਹੋਈ ਹੈ। ਕਿਤੇ ਨਾ ਕਿਤੇ ਅਸੀਂ ਭਟਕੇ, ਕੋਈ ਸਾਡੀਆਂ ਜਨਰੇਸ਼ਨ ਭਟਕ ਗਈਆਂ, ਅੱਗੇ ਆਉਣ ਵਾਲੀਆਂ ਜਨਰੇਸ਼ਨ ਅਸੀਂ ਜਾਣਦੇ ਹਾਂ ਪੰਜਾਬ ਦੇ ਕੀ ਹਾਲਾਤ ਹੈ, ਉਹ ਭਟਕੇ, ਅਸੀਂ ਸੰਭਾਲ ਨਹੀਂ ਪਾਏ। ਸੰਭਾਲ ਸਿਰਫ ਇਸ ਕਰਕੇ ਨਹੀਂ ਪਾਏ ਕਿਉਂਕਿ ਇਹ ਨਹੀਂ ਕਿ ਬਾਹਰੋਂ ਦੀ ਸਾਨੂੰ ਕਿਸੇ ਨੇ ਅਟੈਕ ਕੀਤਾ ਜਾਂ ਪ੍ਰੋਬਲਮ ਖੜੀ ਕੀਤੀ। ਉਹਦਾ ਰੀਜ਼ਨ ਸਿਰਫ ਇਹ ਸੀ ਕਿ ਸਾਡੇ ਘਰ ਦੇ ਅੰਦਰ ਹੀ ਪਰਮਾਤਮਾ ਦਾ ਸਹੀ ਮਾਇਨੇ ਵਿੱਚ ਵਾਸ ਨਹੀਂ ਰਿਹਾ। ਸੋ ਵੀ ਹੈਵ ਟੂ ਟੇਕ ਦੈਟ ਰਿਸਪੌਂਸਿਬਿਲਿਟੀ ਕਿ ਜੋ ਹੋਇਆ ਅੱਗੋਂ ਹੋਇਆ, ਅੱਗੇ ਨਾ ਹੋਏ, ਪਹਿਲੇ ਹੋ ਚੁੱਕਾ। ਸੋ ਦਿਸ ਇਜ਼ ਦਾ ਸਿਚੁਏਸ਼ਨ ਐਂਡ people lose trust in faith when there is too much of confusion. ਜਦੋਂ confusion ਦੇਖਣਗੇ ਤੇ ਉਹ faith ਤੋਂ trust, ਕਿਉਂਕਿ faith ਜਿਹੜਾ ਸਾਫ਼ ਰਸਤਾ ਹੋਣਾ ਚਾਹੀਦਾ, ਸਾਫ਼ ਮਾਰਗ ਹੋਣਾ ਚਾਹੀਦਾ, ਸਮਝ ਆਉਣਾ ਚਾਹੀਦਾ, ਸਿੰਪਲ ਹੋਣਾ ਚਾਹੀਦਾ। ਜੇ ਕਨਫਿਊਜ਼ਨ ਹੋਏਗਾ ਤੇ ਉਹ ਨਹੀਂ ਜਾਣਗੇ। ਜਦੋਂ ਉਹ ਸਿਰਫ ਤੇ ਸਿਰਫ ਰਿਚੁਅਲਿਜ਼ਮ ਦੇਖਦੇ ਆ, ਤਾਂ ਕਈ ਧਰਮਾਂ 'ਚ ਤੇ ਹੁਣ ਅੱਜ ਦੀ ਡੇਟ ਵਿੱਚ ਸਿਰਫ ਤੇ ਸਿਰਫ ਰਿਚੁਅਲਿਜ਼ਮ ਹੀ ਬਚ ਗਿਆ। ਜੋ ਕਰਮ ਕਾਂਡ ਹੈ ਉਹ ਹੈ ਧਰਮ ਦੇ ਨਾਂ ਤੇ ਅੰਦਰ ਕੀ ਹੋਣਾ ਚਾਹੀਦਾ, ਕੀ ਲਾਈਫ ਹੋਣੀ ਚਾਹੀਦੀ, ਉਹਦੀ ਤੇ ਗੱਲ ਵੀ ਨਹੀਂ ਕਰਨਾ ਚਾਹੁੰਦੇ। ਸੋ ਨੈਚੁਰਲੀ ਵੈਨ ਦੇ ਸੀ ਪਿਓਰ ਰਿਚੁਅਲਿਜ਼ਮ, ਇਹ ਨਾ ਹੋਏ ਕਿ ਸਿੱਖਿਜ਼ਮ ਵੀ ਰਿਚੁਅਲਿਜ਼ਮ ਵੱਲ ਚਲਾ ਜਾਏ। ਗੁਰਦੁਆਰੇ ਜਾਈਦਾ, ਮੱਥਾ ਟੇਕੀਦਾ, ਪਰਿਕਰਮਾ ਕਰੀਦੀ ਹੈ, ਪ੍ਰਸ਼ਾਦ ਲਈਦਾ, 10 ਮਿੰਟ ਬੈਠੀਦਾ, ਘਰ ਆ ਜਾਈਦਾ, ਉਹਦੇ ਤੇ ਕਦੀ ਵਿਚਾਰ ਨਹੀਂ ਕਰੀਦਾ, ਉਹ ਰਿਚੁਅਲਿਜ਼ਮ ਹੀ ਹੋ ਜਾਏਗਾ। ਸੋ ਅਸੀਂ ਨਹੀਂ ਜੋੜ ਪਾਵਾਂਗੇ ਅਗਲੀਆਂ ਜਨਰੇਸ਼ਨ ਨੂੰ, ਜਾਂ ਫਿਰ ਲੋਕਾਂ ਨੂੰ ਡਰ ਹੈ ਇਸ ਕਰਕੇ ਫੇਥ ਨਾਲੋਂ ਜੁੜੇ ਰਹਿੰਦੇ ਆ। ਕੁਝ ਪਰਸੈਂਟੇਜ ਕੰਟੀਨਿਊ ਕਰਦੀ ਰਹੇਗੀ, ਐਸਾ ਨਹੀਂ ਕਿ ਹਟ ਜਾਣਗੇ, ਉਹ ਡਰ ਦੇ ਮਾਰੇ ਜ਼ਰੂਰ ਕੰਟੀਨਿਊ ਕਰਨਗੇ। ਕਮਰਸ਼ਲਾਈਜੇਸ਼ਨ ਹੋ ਰਿਹਾ ਜਗ੍ਹਾ ਦਾ, ਹਰ ਗੱਲ ਇਸ ਐਂਗਲ ਨਾਲ ਦੇਖੀ ਜਾਂਦੀ ਹੈ ਕਿ ਵੱਡਾ ਗੁਰਦੁਆਰਾ ਕਿਹੜਾ, ਕਿੱਥੇ ਪੱਥਰ ਲੱਗੇ, ਉਹ ਸ਼ਾਇਦ ਜ਼ਿਆਦਾ ਇੰਪੋਰਟੈਂਟ ਗੁਰਦੁਆਰੇ ਹੋ ਜਾਂਦੇ ਆ। ਕਮਰਸ਼ਲਾਈਜੇਸ਼ਨ ਵੀ ਹੁੰਦਾ ਐਂਡ ਵੀ ਪ੍ਰੀਚ ਮੋਰ ਦੈਨ ਵੀ ਪ੍ਰੈਕਟਿਸ। ਅਸੀਂ ਜਿੰਨਾ बोलते हैं उतनी प्रैक्टिस नहीं करते, लोग नहीं जुड़ते, क्योंकि अवर उपदेश से आप न करे आवत जावत जन्मे मरे वाली अवस्था है।
और ਜਦੋਂ ਫੇਕ ਪੀਪਲ ਨੇ ਉਹਨਾਂ ਨੇ ਕਾਫੀ ਵੱਡੀ ਜਗ੍ਹਾ ਘੇਰ ਲਈ ਹੈ, ਜਿਨ੍ਹਾਂ ਨੂੰ ਅਸੀਂ ਬਾਬੇ ਕਹਿੰਦੇ ਹਾਂ। ਕੋਈ ਕਹਿੰਦਾ 2000 ਬਾਬੇ ਆ, ਕੋਈ ਕਹਿੰਦਾ 4000 ਬਾਬੇ ਤੇ ਗਿਣਤੀ ਦਾ ਹੀ ਨਹੀਂ ਪਤਾ ਲੱਗ ਰਿਹਾ। ਹਰ ਪਿੰਡ 'ਚ ਇੱਕ ਬਾਬੇ ਨੇ ਆਪਣੀ ਜਗ੍ਹਾ ਬਣਾ ਲਈ ਹੈ। ਉਹ ਫੇਕ ਲੋਕ ਡਰਾਈਵਿੰਗ ਸੀਟ ਤੇ ਆ ਗਏ हैं। ਉਹ ਲੋਕਾਂ ਨੂੰ ਹਲਕਾ ਫੁਲਕਾ ਜਾਂ ਕੁਝ ਮਸਾਲਾ ਜਿਹਾ ਦੇ ਕੇ ਆਪਣਾ ਕੰਮ ਚਲਾ ਰਹੇ ਹਨ। ਉਹਨਾਂ ਨੇ ਪਰਮਾਤਮਾ ਨਾਲ ਕਿੱਥੇ ਜੁੜਨਾ? ਨਾ ਹੀ ਪਰਮਾਤਮਾ ਨਾਲ ਜੋੜਨ ਵਾਲਿਆਂ ਨੂੰ ਸ਼ੌਕ ਹੈ, ਨਾ ਜੁੜਨ ਵਾਲਿਆਂ ਨੂੰ। ਬਸ ਉਹ ਧਾਰਮਿਕ ਹੈ, ਕੰਮ ਚੱਲਦਾ। ਸੋ ਫਿਰ ਇੱਥੇ ਆ ਕੇ ਕਬੀਰਦਾਸ ਜੀ ਦਾ ਇੱਕ ਸਾਨੂੰ ਸ਼ਲੋਕ ਹੈ, ਕਬੀਰ ਸਾਚਾ ਸਤਿਗੁਰੂ ਕਿਆ ਕਰੇ ਜੋ ਸਿੱਖਾਂ ਮੈਂ ਚੂਕ। ਇਹ ਇੱਕ ਬਹੁਤ ਵੱਡਾ ਹਿੱਟ ਕੀਤਾ ਕਬੀਰ ਸਾਹਿਬ ਨੇ, ਸਾਨੂੰ ਡਾਇਰੈਕਟਲੀ ਹਿੱਟ ਕੀਤਾ ਕਿ ਉਹਦੇ ਨਾਲ ਨਹੀਂ ਜੁੜ ਰਹੇ, ਉਹਦੇ ਲਈ ਪਰਮਾਤਮਾ ਜਾਂ ਸਤਿਗੁਰੂ ਦੀ ਕੋਈ ਕਮੀ ਨਹੀਂ ਹੈ। ਜਿਨ੍ਹਾਂ ਦੀ ਵਜ੍ਹਾ ਨਾਲ ਹੋਰਾਂ ਨੇ ਜੁੜਨਾ ਸੀ, ਜਿਨ੍ਹਾਂ ਨੂੰ ਦੇਖ ਕੇ ਹੋਰਾਂ ਨੇ ਜੁੜਨਾ ਸੀ, ਉਹ ਚੂਕ ਹੈ। ਉਹ ਚੂਕ ਕੇ ਜੋ ਉਹਨਾਂ ਨੇ ਪਿਕਚਰ ਦਿੱਤੀ ਪਰਮਾਤਮਾ ਦੀ ਨੈਕਸਟ ਜਨਰੇਸ਼ਨਸ ਨੂੰ, ਉਹ ਪਿਕਚਰ ਇੰਨੀ ਗੰਦੀ ਤਸਵੀਰ ਸੀ ਕਿ ਨੈਕਸਟ ਜਨਰੇਸ਼ਨ ਨੇ ਜੁੜਨ ਤੋਂ ਮਨਾ ਕਰ ਦਿੱਤਾ। ਔਰ ਇਹੀ ਕਾਰਨ ਹੈ ਕਿ ਇੱਕ ਟਾਈਮ ਆ ਗਿਆ ਕਿ ਜਦੋਂ ਹਰ ਕੋਈ ਆਪਣੀ ਜ਼ਿੰਮੇਵਾਰੀ ਨੂੰ ਸਮਝੇ ਔਰ ਇੱਕ ਬੜਾ ਪਿਓਰ ਔਰ ਕਲੀਨ ਜਿਹਾ ਰਸਤਾ ਜਿਹੜਾ ਅਸੀਂ ਆਪਣੀ ਆਉਣ ਵਾਲੀਆਂ ਜਨਰੇਸ਼ਨ ਨੂੰ ਸਮਝਾ ਸਕੀਏ। ਇੱਕ ਹੋਰ ਵੀ ਚੀਜ਼ ਹੈ ਕਿ ਸੇਵਾ ਥੋੜੀ ਮੰਗਨ ਬਹੁਤਾ, ਮਹਿਲ ਨਾ ਪਾਵੇ ਕਹਿ ਤੋ ਬਹੁਤਾ। ਔਰ ਇਹ ਤੇ ਫਿਰ ਉਹੀ ਬਾਬਿਆਂ ਵਾਲੀ ਸਾਰੀ ਕਹਾਣੀ ਹੈ ਕਿ ਸੇਵਾ ਤੇ ਜੋ ਵੀ ਹੈ ਬਹੁਤ ਹੀ ਥੋੜੀ ਹੈ, ਪਰ ਅਸੀਂ ਕਲੇਮ ਪੂਰਾ ਕਰਦੇ ਹਾਂ ਅਸੀਂ ਤੇ ਉੱਥੇ ਪਹੁੰਚ ਚੁੱਕੇ ਹਾਂ। ਮਹਿਲ ਨਾ ਪਾਵੇ ਕਹਿ ਤੋ ਪਹੁੰਚਾ। ਐਂਡ ਅਸੀਂ ਇਹ ਕਹਿੰਦੇ ਹਾਂ ਕਿ ਅਸੀਂ ਤੇ ਉੱਥੇ ਹਾਂ, ਅਸੀਂ ਪਹੁੰਚ ਚੁੱਕੇ ਹਾਂ, ਅਸੀਂ ਬੜੇ ਪਹੁੰਚੀ ਹੋਈ ਆਤਮਾਵਾਂ ਤੇ ਤੁਸੀਂ ਸਾਡੇ ਨਾਲ ਜੁੜੋ। ਸੋ ਉਹ ਫਿਰ ਬਾਕੀਆਂ ਨੂੰ ਵੀ ਤੋੜਨ 'ਚ ਬੜੇ ਸક્ષਮ ਹੋ ਜਾਂਦੇ ਨੇ, ਪਰਮਾਤਮਾ ਤੋਂ ਦੂਰ ਲੈ ਜਾਂਦੇ ਨੇ। ਤੇ ਜੋ ਯੂਥ ਆਫ ਲੇਟ 20th ਸੈਂਚੁਰੀ ਐਂਡ 21st ਸੈਂਚੁਰੀ ਜੋ ਹੁਣ ਚੱਲ ਰਹੀ ਹੈ, ਉਹ ਬਹੁਤ ਵੈਲ ਇਨਫੋਰਮਡ ਯੂਥ ਹੈ, ਉਹ ਬਹੁਤ ਬੋਲਡ ਹੈ ਔਰ ਬਹੁਤ ਡਾਇਰੈਕਟ। ਸਾਨੂੰ ਯਾਦ ਸਮਝਣਾ ਪਏਗਾ, ਇਹ ਅੱਜ ਤੋਂ 40, 50, 100 ਸਾਲ ਵਾਲੀ ਅਵਸਥਾ ਨਹੀਂ ਹੈ ਕਿ ਬੱਚਾ ਚੁੱਪ ਕਰ ਜਾਏਗਾ। ਦੈਟ ਚਾਈਲਡ ਇਜ਼ ਵੈਰੀ ਡਾਇਰੈਕਟ, ਵੈਰੀ ਬੋਲਡ, ਵੈਲ ਇਨਫੋਰਮਡ। ਇਸ ਕਰਕੇ ਸੁਸਾਇਟੀ ਨੂੰ ਇਹ ਧਿਆਨ ਰੱਖਣਾ ਪਏਗਾ ਕਿ ਜਿਹੜੀਆਂ ਚੀਜ਼ਾਂ ਨਹੀਂ ਕਾਮਯਾਬ ਹੋਈਆਂ, ਜੋ ਸਾਡੀਆਂ ਇੰਟ੍ਰਿੰਸਿਕ ਵੈਲਿਊਜ਼ ਨਹੀਂ ਹੈ, ਜੋ ਸਾਨੂੰ ਧਰਮ ਤੋਂ ਤੋੜ ਰਹੀਆਂ, ਅਸੀਂ ਉਹਨਾਂ ਨੂੰ ਨਾ ਬਾਰ-ਬਾਰ ਅੱਗੇ ਲੈ ਕੇ ਆਈਏ, ਬਲਕਿ ਉਹਨਾਂ ਚੀਜ਼ਾਂ ਨੂੰ ਅੱਗੇ ਪੇਸ਼ ਕਰੀਏ ਜੋ ਧਰਮ ਨਾਲ ਜੋੜਦੀਆਂ। ਸੋ ਇਨ ਕਨਕਲੂਜਨ ਵੀ ਕੈਨ ਸੇ ਦੈਟ ਸਰਬ ਸੁਖਾਂ ਬਨੇ ਤੇਰੇ ਓਲੇ, ਭ੍ਰਮ ਕੇ ਪਰਦੇ ਸਤਿਗੁਰੂ ਖੋਲੇ। All comforts are obtained in your shelter when the true Guru removes the wheel of doubts। ਸਾਡੇ ਮਨ 'ਚ ਡਾਊਟਸ ਹੈ ਨੇ, ਮਨ 'ਚ ਡਾਊਟ ਆਉਣਾ ਸੁਭਾਵਿਕ ਹੈ, ਡਾਊਟਸ ਆਉਂਦੇ ਰਹਿਣਗੇ ਔਰ ਗੁਰੂ ਕੋਲ ਹਰ ਇੱਕ ਸਵਾਲ ਦਾ ਜਵਾਬ ਹੈ। ਜਿਵੇਂ ਕਿ ਅਸੀਂ ਬਾਣੀ ਦੇ ਆਧਾਰ ਤੇ ਹੀ ਸਾਰੇ ਕੁਐਸਚਨਸ ਨੂੰ ਆਨਸਰ ਕਰਨ ਦੀ ਕੋਸ਼ਿਸ਼ ਕੀਤੀ ਹੈ। ਅਸੀਂ ਗੁਰੂ ਸਾਹਿਬ ਨੂੰ ਹੀ ਪੁੱਛਿਆ, ਸਾਨੂੰ ਦੱਸੋ ਇਹਨਾਂ ਸਵਾਲਾਂ ਦੇ ਕੀ ਜਵਾਬ ਹੈ। ਸਾਨੂੰ ਮਿਲ ਗਏ, ਸਾਨੂੰ ਬਹੁਤ ਐਫਰਟ ਨਹੀਂ ਲਗਾਉਣਾ ਪਿਆ। ਗੁਰੂ ਦਾ ਇੱਕ ਚਰਨ ਸਰਨ ਗੁਰੂ ਇੱਕ ਪੈਂਡਾ ਜਾਏ ਵਾਲੀ ਗੱਲ ਹੈ। ਥੋੜੀ ਕੋਸ਼ਿਸ਼ ਕਰਕੇ ਜਵਾਬ ਲੱਭਦੇ। ਸਾਨੂੰ ਐਸੀ ਅਵਸਥਾ ਹੋਏ ਕਿ ਅਸੀਂ ਸਵਾਲਾਂ ਦੇ ਜਵਾਬ ਆਪ ਹੀ ਬਾਣੀ 'ਚੋਂ ਲੱਭ ਕੇ ਲਿਆਈਏ। ਗੁਰੂ ਸਾਹਿਬ ਨੂੰ ਪੁੱਛੀਏ ਸਾਨੂੰ ਇਹਨਾਂ ਦੇ ਜਵਾਬ ਦੱਸੋ, ਔਰ ਸਾਨੂੰ ਸਾਰੇ ਦੇ ਸਾਰੇ ਭਰਮ ਆਉਣਗੇ। ਭਰਮ ਦੇ ਪਰਦੇ ਖੋਲਦੇ ਜਾਣਾ, ਮਾਰਗ ਨੂੰ ਸਾਫ਼ ਕਰਦੇ ਜਾਣਾ, ਮਾਰਗ ਤੇ ਟੁੱਟਦੇ ਜਾਣਾ। ਸੋ ਵੈਨ ਇਨ ਡਾਊਟ ਵੀ ਵੇਸਟ ਟਾਈਮ, ਵੀ ਮੇ ਅਪੀਅਰ ਸਟੂਪਿਡ, we may lose confidence or we may take wrong direction। ਇਹਨਾਂ ਸਾਰਿਆਂ ਤੋਂ ਹੀ ਬਚਣਾ ਹੈ ਔਰ ਫਿਰ ਸਿਮਰਨ ਔਰ ਸੇਵਾ 'ਚ ਲੱਗ ਕੇ ਪਰਮਾਤਮਾ ਦੀ ਸ਼ਰਨ ਜਾ ਕੇ ਅਸੀਂ ਜਵਾਬ ਲੱਭੀਏ। ਸੋ ਇਹ ਸਨ ਕੁਝ ਕੁਐਸਚਨਸ ਜਿਹੜੇ ਅਸੀਂ ਕੰਪਲੀਟ ਕਰ ਲਏ ਹਨ। ਪਰ ਮੈਂ ਭੂਲਾ ਦੇ ਦਿਸਤਾ ਵਿੱਚ ਜੋ ਸਾਡਾ ਨੈਕਸਟ ਮੋਡਿਊਲ ਹੈ ਉਹ ਹੈ ਡਰੀਏ ਜੇ ਡਰ ਹੋਵੇ ਹੋਰ। ਉਹ ਫੀਅਰ ਨਾਲ ਐਗਜ਼ਾਈਟੀ ਔਰ ਮਿਜ਼ਰੀਜ਼, ਯਾਨੀ ਕਿ ਡਰ, ਚਿੰਤਾਵਾਂ ਔਰ ਦੁੱਖ, ਉਹ ਇਨਸਾਨ ਨੂੰ ਕਿਸ ਤਰ੍ਹਾਂ ਉਹਨਾਂ ਨਾਲ ਡੀਲ ਕਰਨਾ ਹੈ, ਉਸ 'ਤੇ ਟੌਪਿਕ ਹੈ। ਔਰ ਇਹ ਜੋ ਟੌਪਿਕ ਹੈ ਇਹ ਸਾਡੇ ਹਰ ਘਰ ਦੀ ਕਹਾਣੀ ਵੀ ਹੈ। ਜੋ ਡਰ, ਚਿੰਤਾਵਾਂ ਔਰ ਦੁੱਖ ਨੇ, ਉਹਨਾਂ ਨੂੰ ਕਿਸ ਤਰ੍ਹਾਂ ਅਸੀਂ ਸਮਝ ਸਕੀਏ, ਗੁਰੂ ਸਾਹਿਬ ਤੋਂ ਸੇਧ ਕਿਵੇਂ ਲੈਣੀ ਹੈ ਔਰ ਉਹਨਾਂ ਨਾਲ ਕਿਸ ਤਰ੍ਹਾਂ ਡੀਲ ਕਰਨਾ, ਇਹ ਸਾਡਾ ਨੈਕਸਟ ਮੋਡਿਊਲ 10 ਹੋਏਗਾ। ਜਦੋਂ ਚਰਨਜੀਤ ਵੀਰ ਜੀ ਹੁਕਮ ਕਰਨਗੇ ਤੇ ਇਹ ਮੋਡਿਊਲ ਵੀ ਸਟਾਰਟ ਕਰ ਦਿਆਂਗੇ। ਸਾਡੇ ਕੋਲ ਹੁਣ 3 ਹੋਰ ਮੋਡਿਊਲ ਬੱਚੇ ਆ, ਮੋਡਿਊਲ 10, 11 ਐਂਡ 12। ਸੋ ਇਹਦੇ ਨਾਲ ਹੀ ਮੈਂ ਇਜਾਜ਼ਤ ਚਾਹੁੰਦਾ। ਜੇ ਭੁੱਲਾਂ ਚੁੱਕਾਂ ਦੀ ਮਾਫੀ, ਕਿਉਂਕਿ ਬੋਲਣ ਵੇਲੇ ਕਿਉਂਕਿ ਨਿੰਦਿਆ ਵਾਲੇ ਵਰਡਸ ਵੀ ਆ ਰਹੇ ਸਨ ਵਿੱਚ, ਤੇ ਇੰਟੈਂਟ ਨਹੀਂ ਸੀ ਕਿਸੇ ਦੀ ਨਿੰਦਿਆ ਕਰਨ ਦਾ, ਬਟ ਉਹ ਇੱਕ ਸੱਚਾਈ ਦੇ ਤੌਰ ਤੇ ਜਿੱਥੇ ਕਿ
कबीरदास जी ने किया है कि पूरा सतगुरु क्या करे जो सिखा में चूक ते किथे असी मैं अपने वाल देखा ते देखिए कितनियां कितनियां भुल्लां चुक्कां मेरे कोल ही हुईयां ते उस इंटेंट नाल गल्लां कईयां गईयां ते अगर कुछ ਉੱਚਾ ਨੀਵਾਂ कहता ਉਹਦੇ ਲਈ ਖਿਮਾ ਦਾ ਜਾਚਕ ਹਾਂ ਤੇ ਮੋਡਿਊਲ ਕੰਪਲੀਟ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।